ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ
ਜਿਨ੍ਹਾਂ ਦੇ ਚਾਰ ਸਾਹਿਬਜ਼ਾਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਤੇ ਹੋਰ ਮਰ ਜੀਵੜੇ ਗੁਰੂ ਕੇ ਸਿੱਖ ਤਿਨਾਂ ਦੀ ਸ਼ਹਾਦਤ ਨੂੰ ਸਮਰਪਿਤ ਗੁਰੂ ਕੇ ਸਿੱਖ ਆਪੋ ਆਪਣੇ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮਨਾ ਰਹੇ ਹੈ। ਤੇ ਅਸਮ ਦੇ ਉੱਪਰ ਵੀ ਇਹ ਰਹਿਮਤ ਹੋਈ ਹੈ ਜੋ ਕਿ ਗੁਰਦੁਆਰਾ ਬਾਬਾ ਭਾਈ ਦੇਸੂ ਜੀ ਤਿਨਾਂ ਦੀ ਸਮੂਹ ਮੈਨੇਜਮੈਂਟ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇਹ ਉਪਰਾਲਾ ਵਿਸ਼ੇਸ਼ ਤੌਰ ਤੇ ਕੀਤਾ ਗਿਆ ਹੈ ਕਿ ਆਪਾਂ ਉਹਨਾਂ ਮਰਜੀਵੜੇ ਗੁਰਸਿੱਖਾਂ ਦੀ ਸ਼ਹਾਦਤ ਨੂੰ ਜੋ ਸਮਰਪਿਤ ਇਹ ਜੋ ਰਾਤਰੀ ਦੇ ਦੀਵਾਨ ਰੱਖੇ ਗਏ ਹੈ ਜੋ ਕਿ ਅੱਜ ਤੋਂ ਲੱਗ ਕੇ 29 ਤਰੀਕ ਤੱਕ ਚੱਲਣਗੇ, ਜਿਨ੍ਹਾਂ ਦੇ ਵਿੱਚ ਆਪਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦਾ ਜੀਵਨ, ਉਹਨਾਂ ਦੀ ਸ਼ਹਾਦਤ ਨੂੰ ਵਿਚਾਰਨ ਦਾ ਯਤਨ ਕਰਾਂਗੇ। ਆਪਣੇ ਕੋਲ ਜਿਹੜਾ ਸਮਾਂ ਹੈ ਉਹ ਕਾਫੀ ਹੈ ਤੇ ਆਪਾਂ ਬੜੀ ਹੀ ਸਹਿਜਤਾ ਦੇ ਨਾਲ ਲੜੀਵਾਰ ਇਸ ਵਿਚਾਰ ਨੂੰ ਤੁਹਾਡੇ ਸਮਕਸ਼ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ। ਤੇ ਇਹ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਦੋ ਬੇਨਤੀਆਂ ਜਿਹੜੀਆਂ ਮੈਂ ਅੱਜ ਵੀ ਆਪ ਜੀ ਦੇ ਚਰਨਾਂ ਵਿੱਚ ਕਰਦੇ ਹਾਂ। ਪਹਿਲੀ ਮੇਰੀ ਬੇਨਤੀ ਇਹ ਹੈ ਕਿ ਜਦੋਂ ਵੀ ਆਪਾਂ ਇਹਨਾਂ ਸ਼ਹਾਦਤਾਂ ਨੂੰ ਦੇਖਦੇ ਹਾਂ, ਵਿਚਾਰਦੇ ਹਾਂ, ਪੜ੍ਹਦੇ ਹਾਂ, ਗੁਰੂ ਘਰ ਵਿਖੇ ਉਹ ਭਾਵਨਾ, ਉਹ ਭਰੋਸਾ ਲੈ ਕੇ ਆਈਏ ਜਿਵੇਂ ਕਿ ਆਪਾਂ ਆਪਣੇ ਬੱਚਿਆਂ ਦੇ ਨਾਲ ਰੱਖਦੇ ਹਾਂ। ਸਾਡੇ ਬੱਚੇ ਦੇ ਕੋਈ ਛੋਟੀ ਜਿਹੀ ਸੱਟ ਲੱਗ ਜਾਵੇ, ਕੋਈ ਤਕਲੀਫ ਹੋ ਜਾਵੇ ਤੇ ਆਪਾਂ ਦੀ ਜਾਨ ਤੇ ਬਣਾਉਂਦੀ ਹੈ। ਬਸ ਇਸੇ ਤਰ੍ਹਾਂ ਦੀ ਭਾਵਨਾ ਲੈ ਕੇ, ਇਸੇ ਤਰ੍ਹਾਂ ਦੀ ਸ਼ਰਧਾ ਲੈ ਕੇ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇਰੇ ਫਰਜ਼ੰਦ ਸਾਹਿਬਜ਼ਾਦੇ ਜਿਨ੍ਹਾਂ ਨੇ ਕਿ ਮਨੁੱਖਤਾ ਦੇ ਲਈ, ਸੱਚ ਦੇ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ਹੈ, ਇਹ ਭਾਵਨਾ ਲੈ ਕੇ ਆਪਾਂ ਗੁਰੂ ਘਰ ਵਿਖੇ ਬੈਠਣਾ ਹੈ। ਤੇ ਦੂਸਰੀ ਬੇਨਤੀ ਹੈ, ਜਿਹੜਾ ਇਤਿਹਾਸ ਹੈ ਇਹ ਉਹੀ ਰਹਿੰਦਾ ਹੈ। ਇਤਿਹਾਸ ਵਿੱਚ ਕਦੇ ਬਦਲ ਨਹੀਂ ਹੁੰਦਾ, ਕਦੇ ਤਬਦੀਲੀ ਨਹੀਂ ਹੁੰਦੀ ਹੈ। ਇਤਿਹਾਸ ਦੀਆਂ ਤਾਰੀਖਾਂ, ਇਤਿਹਾਸ ਉਹੀ ਰਹਿਣਾ ਹੈ। ਸੋਚਣ ਵਾਲੀ ਗੱਲ ਹੈ, ਜਿਹੜੀ ਚੀਜ਼ ਉਹੀ ਰਹਿਣੀ ਹੈ ਤੇ ਉਹਨੂੰ ਵਾਰ-ਵਾਰ ਰਿਪੀਟ ਕਰਨ ਦਾ, ਵਾਰ-ਵਾਰ ਫਿਰ ਉਹਨੂੰ ਪੜ੍ਹਨ ਸੁਣਨ ਦਾ ਅਰਥ ਕੀ ਹੈ। ਹਰ ਸਾਲ ਆਪਾਂ ਇਹਨਾਂ ਸ਼ਹਾਦਤਾਂ ਨੂੰ ਤਾਂ ਯਾਦ ਕਰਦੇ ਹਾਂ, ਤਾਂ ਮਨਾਉਂਦੇ ਹਾਂ ਕਿ ਆਪਾਂ ਆਪਣੇ ਅੰਦਰ ਝਾਤ ਮਾਰ ਕੇ ਦੇਖਣੀ ਹੈ ਕਿ ਸਾਡੇ ਵਿੱਚ ਕਿੰਨੀ ਕੁ ਤਬਦੀਲੀ ਆਈ ਹੈ। ਸੋ ਆਪਾਂ ਇਸ ਇਤਿਹਾਸ ਦੇ ਵਿੱਚੋਂ ਆਪਣੇ ਆਪ ਨੂੰ ਵੀ ਪੜਚੋਲਣ ਦਾ ਯਤਨ ਕਰਨਾ ਹੈ ਕਿ ਸਾਡੀ ਗੁਰੂ ਦੇ ਨਾਲ ਕਿੰਨੀ ਕੁ ਬਣ ਗਈ ਹੈ, ਆਪਾਂ ਗੁਰੂ ਦੇ ਨਜ਼ਦੀਕ ਕਿੰਨੇ ਕੁ ਹੋ ਗਏ ਆ, ਇਹ ਵੀ ਆਪਾਂ ਦੇਖਣ ਦਾ ਯਤਨ ਕਰਾਂਗੇ। ਸੋ ਆਪ ਸਮੁੱਚੀਆਂ ਸੰਗਤਾਂ ਜਿੰਨੇ ਵੀ ਸਰੀਰ ਗੁਰੂ ਚਰਨਾਂ ਵਿੱਚ ਹਾਜ਼ਰ ਬੈਠੇ ਹੋ, ਅਸੀਸ ਬਖਸ਼ੋ
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਿਹਰ ਕਰਨ, ਆਪ ਵਿੱਚ ਵਰਤ ਕੇ ਇਹ ਜੋ ਸੇਵਾ ਹੈ ਉਹ ਲੈ ਲੈਣ। ਆਪ ਜੀ ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਆਪਾਂ ਸ਼ਹਾਦਤ ਦੀ ਗੱਲ ਕਰਦੇ ਹਾਂ, ਸ਼ਹਾਦਤ ਕਦੇ ਵੀ ਸਿੱਧੀ ਨਹੀਂ ਹੁੰਦੀ ਹੈ। ਕਿਸੇ ਨੂੰ ਆਖਾਂਗੇ ਕਿ ਤੂੰ ਆਪਣੀ ਸ਼ਹਾਦਤ ਦੇ ਦੇ, ਆਪਣਾ ਬਲੀਦਾਨ ਦੇ ਦੇ, ਉਹ ਬਹੁਤ ਔਖਾ ਹੈ। ਸ਼ਹਾਦਤ ਵਾਸਤੇ ਕਿਹੜੀਆਂ ਚੀਜ਼ਾਂ ਜ਼ਰੂਰੀ ਹੈ, ਉਹ ਸਾਨੂੰ ਗੁਰਬਾਣੀ ਵਿੱਚੋਂ ਦੇਖਣੇ ਪੈਣਗੀਆਂ। ਜਦੋਂ ਆਪਾਂ ਇਤਿਹਾਸ ਨੂੰ ਦੇਖਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਦੇਖਦੇ ਹਾਂ, ਜਿਹੜੀ ਆ ਸਿੱਖ ਕੌਮ ਹੈ ਸਾਧ ਸੰਗਤ, ਇਹ ਮੁਰੀਦਾਂ ਤੇ ਸ਼ਹੀਦਾਂ ਦੀ ਕੌਮ ਹੈ। ਜਿਹੜੀ ਆ ਸਿੱਖ ਕੌਮ ਹੈ ਇਹ ਸੇਵਾ ਤੇ ਬਲੀਦਾਨ ਦੀ ਕੌਮ ਹੈ। ਪਰ ਯਾਦ ਰੱਖਿਓ, ਬਲੀਦਾਨ ਤੱਕ ਇਹਨੂੰ ਪਹੁੰਚਾਉਣ ਵਾਸਤੇ ਜਿਹੜੀ ਲੋੜ ਪਈ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਬੋਲਾਂ ਦੀ ਲੋੜ ਹੈ। ਮੈਂ ਥੋੜਾ ਜਿਹਾ ਸਪਸ਼ਟ ਕਰਦੇ ਹਾਂ, ਜਿਹੜਾ ਅੱਜ ਦਾ ਵਿਸ਼ਾ ਹੈ ਉਹ ਸਾਡੇ ਜ਼ਿਹਨ ਵਿੱਚ ਬੈਠ ਜਾਵੇ। ਆਪਾਂ ਕਿਸ ਵਿਸ਼ੇ ਤੇ ਜਿਹੜੀ ਵਿਚਾਰ ਕਰਨ ਲੱਗੇ ਹਾਂ। ਪਹਿਲਾ ਹੈ ਬੋਲ, ਦੂਸਰਾ ਹੈ ਵੱਲ ਤੇ ਤੀਸਰਾ ਹੈ ਬਲੀਦਾਨ। ਫਿਰ ਦੁਬਾਰਾ ਰਿਪੀਟ ਕਰਦੇ ਹਾਂ। ਪਹਿਲਾ ਹੈ ਬੋਲ, ਬੰਦੇ ਦੇ ਕੋਲ ਬੋਲ ਹੋਣੇ ਬਹੁਤ ਜ਼ਰੂਰੀ ਹੈ। ਇੱਕ ਬੋਲ, ਇੱਕ ਸ਼ਬਦ ਹੀ ਸਾਧ ਸੰਗਤ ਸਾਡੇ ਅੰਦਰ ਵੱਲ ਭਰਦਾ ਹੈ, ਸਾਡੇ ਅੰਦਰ ਤਬਦੀਲੀ ਲੈ ਕੇ ਆਉਂਦਾ ਹੈ, ਸਾਡੇ ਅੰਦਰ ਜ਼ੋਰ ਭਰਦਾ ਹੈ। ਪਹਿਲਾ ਹੈ ਬੋਲ, ਦੂਸਰਾ ਹੈ ਵੱਲ ਤੇ ਤੀਸਰਾ ਹੈ ਬਲੀਦਾਨ। ਹੁਣ ਜਦੋਂ ਬੋਲਾਂ ਦੀ ਲੋੜ ਪਈ ਹੈ, ਕਿਉਂਕਿ ਜਿਹੜਾ ਇਹ ਇਤਿਹਾਸ ਹੈ, ਸਾਨੂੰ ਪਹਿਲਾਂ ਇਹਦਾ ਪਿਛੋਕੜ ਦੇਖਣਾ ਪਵੇਗਾ ਕਿ ਐਕਚੁਅਲ ਦੇ ਵਿੱਚ ਜਿਹੜੀ ਇਹ ਲੜਾਈ ਹੈ, ਜਿਹੜੀ ਇਹ ਸ਼ਹਾਦਤ ਹੈ, ਇਹਦੇ ਪਿੱਛੇ ਕਾਰਨ ਕੀ ਹੈ। ਹਰ ਇੱਕ ਕੋਈ ਨਾ ਕੋਈ ਚੀਜ਼ ਦਾ ਕਾਰਨ ਹੁੰਦਾ ਹੈ ਤੇ ਉਹ ਕਾਰਨ ਨੂੰ ਬਚਣਾ, ਉਸ ਮਕਸਦ ਨੂੰ ਬਚਣਾ ਬਹੁਤ ਹੀ ਜ਼ਰੂਰੀ ਹੈ। ਜਦੋਂ ਆਪਾਂ ਹਿੰਦੁਸਤਾਨ ਦੇ, ਭਾਰਤ ਦੇ ਇਤਿਹਾਸ ਨੂੰ ਦੇਖਦੇ ਹਾਂ, ਬੜੇ ਲੋਕ ਇੱਥੇ ਆਏ ਜਿਨ੍ਹਾਂ ਨੇ ਆ ਕੇ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ, ਇਨਸਾਨੀਅਤ ਨੂੰ ਲੁੱਟਿਆ, ਇਨਸਾਨੀਅਤ ਦੇ ਨਾਲ ਘਾਣ ਕੀਤਾ। ਤੇ ਜਦੋਂ ਘਾਣ ਹੋਇਆ, ਉਸ ਵਕਤ ਇਨਸਾਨੀਅਤ ਨੇ ਪਰਮਾਤਮਾ ਦੇ ਦਰ ਤੇ ਪੁਕਾਰ ਕੀਤੀ ਤੇ ਉਸ ਪੁਕਾਰ ਨੂੰ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਧਰਤੀ ਨੂੰ ਤਾਰਨ ਵਾਸਤੇ ਇਸ ਦੁਨੀਆ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ। ਉਹਨਾਂ ਨੇ ਆ ਕੇ ਸਾਧ ਸੰਗਤ ਸਭ ਤੋਂ ਪਹਿਲਾਂ ਸਾਨੂੰ ਬੋਲ ਦਿੱਤੇ ਹੈ। ਉਹ ਬੋਲ ਕਿਹੜੇ ਹੈ? ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ, ਪਹਿਲਾ ਮਰਨ ਕਬੂਲ, जीवन की शर आस, हो सबना की रेणुका, तो आओ हमारे पास। जे तू अपने गल तो गुलामी लाना चाहता है, जे तू अपने आप को आजाद कराना चाहता है, पहला अपने अंदर ये ताकत, ये जुर्त भर कि मैनू अपना मरण कबूल करना पड़ेगा। पहला मरण कबूल, जीवन की शर आस, हो सबना की रेणुका, तो आओ हमारे पास। फिर सतगुरु जी ने बोल बख्शे, गगन दमामा बाजियो, परेओ निशाने घाओ, खेत जो मांडियो सूरमा, अब जूझन को दाओ। कहंदे हुण लोड़ है जूझन दी, हुण लोड़ है साध संगत अपना आप आजाद कराण दी। सतगुरु पातशाह जी आखण लगे, अब जूझन को दाओ, सूरा सो पहचानी है, जो लड़े दीन के हेत, पुरजा पुरजा कट परे, कबहू ना छाटे खेत। सतगुरु पातशाह ने सब तो पहला सानू बोल बख्शे। हुण बोल तां दे दित्ते,
ਤੇ ਸਾਧ ਸੰਗਤ ਹੁਣ ਬੋਲਾਂ ਦੇ ਨਾਲ ਸਾਨੂੰ ਸਤਿਗੁਰੂ ਜੀ ਨੇ ਬਲ ਦਿੱਤਾ ਹੈ। ਬਲ ਦਾ ਅਰਥ ਹੈ ਤਾਕਤ, ਬਲ ਦਾ ਅਰਥ ਹੈ ਜ਼ੋਰ। ਹੁਣ ਜ਼ੋਰ ਬੰਦੇ ਵਿੱਚ ਉਦੋਂ ਆਵੇਗਾ ਜਦੋਂ ਬੰਦੇ ਦੀ ਖੁਰਾਕ ਚੰਗੀ ਹੋਵੇਗੀ। ਜਿਹੜੀ ਸਾਡੀ ਖੁਰਾਕ ਹੈ, ਜੇ ਖੁਰਾਕ ਸ਼ੁੱਧ ਹੋਈ ਤੇ ਬੰਦੇ ਅੰਦਰ ਸਾਧ ਸੰਗਤ ਜ਼ੋਰ ਆਵੇਗਾ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਉਹ ਖੁਰਾਕ ਦਿੱਤੀ ਹੈ। ਜਦੋਂ ਆਪਾਂ ਇਤਿਹਾਸ ਨੂੰ ਦੇਖਦੇ ਹਾਂ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਪਹਿਲਾਂ ਬੋਲ ਬਖਸ਼ੇ ਜੁਰਤ ਵਾਲੇ। ਜਦੋਂ ਜਰਵਾਣਿਆਂ ਨੇ ਹਿੰਦੁਸਤਾਨ ਨੂੰ ਲੁੱਟਣਾ ਚਾਹਿਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਰਾਜੇ ਸ਼ੀਲ ਮੁਕੱਦਮ ਕੁੱਤੇ ਜਾਏ ਜਗਾਏ ਬੈਠੇ ਸੁੱਤੇ, ਚਾਕਰ ਨਹਿੰਦਾ ਪਾਏ ਨਕਾਓ ਰੱਤ ਪਿੱਤ ਕੁੱਤੇ ਹੋ ਚੜ ਜਾਓ। ਇਹ ਕ੍ਰਾਂਤੀਕਾਰੀ ਬੋਲ ਹੈ, ਇਹ ਆਜ਼ਾਦੀ ਵਾਲੇ ਬੋਲ ਹੈ। ਤੇ ਸਾਧ ਸੰਗਤ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਾਬਰ ਦੇ ਕੋਲ ਗਏ, ਬਾਬਰ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਚੱਕੀ ਪੀਣ ਵਾਸਤੇ ਲਾਇਆ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਉਸ ਚੱਕੀ ਦੇ ਨਾਲ ਅਣਖ ਦਾ ਆਟਾ ਪੀ ਕੇ, ਸਾਧ ਸੰਗਤ ਸਾਨੂੰ ਅਣਖ ਦਾ ਆਟਾ ਪੀ ਕੇ ਦਿੱਤਾ। ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਮੋਹ ਦੇ ਚਿੱਕੜ ਦੇ ਵਿੱਚੋਂ ਬਾਟਾ ਕੱਢ ਕੇ ਉਸ ਬਾਟੇ ਦੇ ਵਿੱਚ ਆਟੇ ਨੂੰ ਪਾਇਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗਾਗਰ ਦੀ ਸੇਵਾ ਕਰਕੇ ਪਾਣੀ ਪਾ ਕੇ ਉਸ ਆਟੇ ਨੂੰ ਗੁੰਨ ਕੇ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸਵਾਰ ਕੇ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਤੱਤੀ ਤਵੀ ਤੇ ਬੈਠ ਕੇ ਸਾਨੂੰ ਉਹ ਭੋਜਨ ਤਿਆਰ ਕਰਕੇ ਦੇ ਦਿੱਤਾ ਜਿਹੜੇ ਸਾਡੇ ਜ਼ਮੀਰ ਦੇ ਅੰਦਰ ਸਾਧ ਸੰਗਤ ਅੱਜ ਵੀ ਬਲੀਦਾਨ ਬਣ ਕੇ ਦੌੜਦਾ ਪਿਆ ਹੈ। ਥੋੜਾ ਜਿਹਾ ਸਮਝੋ ਪਲੀਜ਼। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਚੱਕੀ ਪੀ ਹੈ, ਚੱਕੀ ਦੇ ਵਿੱਚੋਂ ਅਣਖ ਦਾ ਆਟਾ ਨਿਕਲਿਆ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਚੱਕੜ ਦੇ ਵਿੱਚੋਂ ਬਾਟਾ ਕੱਢਿਆ, ਉਸ ਬਾਟੇ ਦੇ ਵਿੱਚ ਆਟੇ ਨੂੰ ਪਾ ਕੇ ਤੇ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਗਾਗਰ ਦੀ ਸੇਵਾ ਦੇ ਨਾਲ ਉਸ ਆਟੇ ਨੂੰ ਗੁੰਨ ਦਿੱਤਾ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਾ ਕਰਕੇ ਉਹਨੂੰ ਸਵਾਰਿਆ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਤੱਤੀ ਤਵੀ ਤੇ ਬੈਠ ਕੇ ਸਾਨੂੰ ਸ਼ੁੱਧਤਾ ਵਾਲਾ ਭੋਜਨ ਦੇ ਦਿੱਤਾ। ਜਿੰਨਾ ਟਾਈਮ ਸਾਡੀ ਖੁਰਾਕ ਸ਼ੁੱਧ ਨਾ ਹੋਵੇ, ਜਿੰਨਾ ਟਾਈਮ ਸਾਡੀ ਖੁਰਾਕ ਸਹੀ ਨਾ ਹੋਵੇ, ਉਨਾ ਟਾਈਮ ਸਰੀਰ ਦੇ ਅੰਦਰ ਤਾਕਤ ਆਣੀ, ਜ਼ੋਰ ਆਣਾ ਇਹ ਬਹੁਤ ਔਖੀ ਗੱਲ ਹੈ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਤਾਕਤ ਦਿੱਤੀ ਹੈ। ਤੇ ਸਾਧ ਸੰਗਤ ਉਦੋਂ ਅੱਗੇ ਜਦੋਂ ਆਪਾਂ ਦੇਖਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਸਮਾਂ ਆਇਆ, ਜਿਹੜੇ ਸਿੱਖ ਹਰਮੰਦਰ ਸਾਹਿਬ ਦੇ ਵਿੱਚ ਬੈਠ ਕੇ ਕੀਰਤਨ ਕਰਦੇ ਸੀ, ਜਿਹੜੇ ਸਿੱਖ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਸੇਜਦਾ ਕਰਦੇ ਸੀ, ਸਿਰ ਝੁਕਾਉਂਦੇ ਸੀ। ਤੇ ਸਾਧ ਸੰਗਤ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਹਰਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਬਣਾ ਕੇ ਤੇ ਸਿੱਖ ਨੂੰ ਅਕਾਲ ਤਖਤ ਦੇ ਉੱਪਰ ਮੱਥਾ ਟੇਕਣ ਲਾ ਦਿੱਤਾ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਧ ਸੰਗਤ, ਪਹਿਲਾਂ ਬੋਲ ਹੈ, ਫਿਰ ਬਲ ਹੈ ਤੇ ਬਲ ਤੋਂ ਬਾਅਦ ਫਿਰ ਬਲੀਦਾਨ ਹੈ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਅਕਾਲ ਤਖਤ ਦਿੱਤਾ। ਅਕਾਲ ਤਖਤ ਦੇ ਉੱਪਰ ਸਿੱਖਾਂ ਦੇ ਅੰਦਰ ਯੁੱਧ ਕਰਨ ਵਾਸਤੇ ਦੋ ਢਾਡੀ ਸੱਦੇ, ਨੱਥਾ ਤੇ ਅਬਦੁੱਲਾ ਜੀ, ਜਿਨ੍ਹਾਂ ਨੇ ਆਖਿਆ ਦੋ ਕਿਰਪਾਨਾਂ ਵਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਾ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਤੇ ਸਤਿਗੁਰੂ ਗੁਰੂ ਪਾਤਸ਼ਾਹ ਨੇ ਉਹਨਾਂ ਢਾਡੀਆਂ ਦੇ ਕੋਲੋਂ ਸਿੱਖਾਂ ਦੇ ਅੰਦਰ ਸਾਧ ਸੰਗਤ ਇੱਕ ਜਜ਼ਬਾ ਭਰ ਦਿੱਤਾ। ਹੁਣ ਜਦੋਂ ਇਹ ਜਜ਼ਬਾ ਭਰਿਆ ਤੇ ਸਮਾਂ ਬਣਿਆ ਸਾਧ ਸੰਗਤ ਗੁਰੂ ਹਰਿਰਾਏ ਸਾਹਿਬ ਜੀ ਦਾ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਨਿਮਰਤਾ ਦੇ ਵਿੱਚ ਲੈ ਕੇ ਆਂਦੇ ਤੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਪੁੱਤਰ ਹੋਇਆ ਬਾਬਾ ਰਾਮ ਰਾਏ। ਯਾਦ ਰੱਖਿਓ, ਜਦੋਂ ਇਹ ਦਿੱਲੀ ਗਿਆ, ਦਿੱਲੀ ਜਾ ਕੇ ਸਾਧ ਸੰਗਤ ਔਰੰਗਜ਼ੇਬ ਦੇ ਕੋਲ ਜਦੋਂ ਇਹ ਸੀਸ ਝੁਕਾ ਕੇ ਖੜ ਗਿਆ ਤੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਇਹੋ ਜਿਹੇ ਬੇਗੈਰਤ ਨੂੰ ਆਪਣੇ ਘਰ ਤੋਂ ਬੇਦਖਲ ਕਰ ਦਿੱਤਾ। ਦੱਸ ਦਿੱਤਾ ਕਿ ਜਿਹੜਾ ਇਹ ਘਰ ਹੈ
ਇਹ ਅਣਖੀਆਂ ਦਾ ਘਰ ਹੈ, ਇਹ ਜਿਹੜਾ ਘਰ ਹੈ ਇਹ ਬਲੀਦਾਨ ਵਾਲਿਆਂ ਦਾ ਘਰ ਹੈ। ਜਿਹੜਾ ਬੰਦਾ ਕਿਸੇ ਦੀ ਗੁਲਾਮੀ ਕਰਨ ਲੱਗ ਪਵੇ, ਜਿਹੜਾ ਬੰਦਾ ਗੁਲਾਮੀ ਕਰਕੇ ਸੱਚ ਤੋਂ ਮੁਨਕਰ ਹੋ ਜਾਵੇ, ਮਹਾਰਾਜ ਕਹਿੰਦੇ ਉਹਦਾ ਗੁਰੂ ਘਰ ਦੇ ਨਾਲ ਕੋਈ ਵਾਸਤਾ ਨਹੀਂ ਹੈ। ਰਾਮ ਰਾਏ ਸਕਾ ਪੁੱਤਰ ਹੈ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦਾ। ਜਦੋਂ ਪਤਾ ਲੱਗਿਆ ਔਰੰਗਜ਼ੇਬ ਦੇ ਕੋਲ ਇਹ ਆਪਣਾ ਸਿਰ ਝੁਕਾ ਕੇ ਖੜ ਗਿਆ ਹੈ, ਗੁਰਬਾਣੀ ਦੀ ਤੁਕ ਬਦਲ ਦਿੱਤੀ ਹੈ, ਤੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਉਸੇ ਵਕਤ ਆਖ ਦਿੱਤਾ ਕਿ ਅੱਜ ਤੋਂ ਗੁਰੂ ਘਰ ਵੱਲ ਮੂੰਹ ਨਾ ਕਰੀ, ਅੱਜ ਤੋਂ ਜਿੱਧਰ ਤੂੰ ਹੈ ਤੂੰ ਉਧਰ ਜਾ ਸਕਦਾ, ਤੇਰਾ ਗੁਰੂ ਘਰ ਦੇ ਨਾਲ ਕੋਈ ਵਾਸਤਾ ਨਹੀਂ ਹੈ। ਕਿਉਂਕਿ ਸਤਿਗੁਰੂ ਗੁਰੂ ਪਾਤਸ਼ਾਹ ਨੇ ਸਾਡੇ ਅੰਦਰ ਅਣਖ ਭਰਨੀ ਸੀ, ਸਾਡੇ ਅੰਦਰ ਬਲੀਦਾਨ ਭਰਨਾ ਸੀ। ਤੇ ਸਮਾਂ ਬਣਿਆ ਸਾਧ ਸੰਗਤ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤਖਤ ਤੇ ਬੈਠੇ, ਉਹ ਵੀ ਦਿੱਲੀ ਗਏ ਹੈ, ਤੇ ਔਰੰਗਜ਼ੇਬ ਲੇਲੜੀਆਂ ਕਰਦਾ ਰਿਹਾ ਕਿ ਇੱਕ ਵਾਰੀ ਮੈਨੂੰ ਦਰਸ਼ਨ ਦੇ ਦਿਓ। ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਆਖਣ ਲੱਗੇ, ਕਹਿੰਦੇ ਨਹੀਂ, ਇਹ ਗੁਰੂ ਨਾਨਕ ਦਾ ਦਰ ਹੈ। ਤੇ ਯਾਦ ਰੱਖੋ ਸਾਧ ਸੰਗਤ, ਇਤਿਹਾਸਕਾਰ ਲਿਖਦੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਗਏ ਤੇ ਜਿਹੜੀ ਚਾਂਦਨੀ ਚੌਕ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋਣੀ ਸੀ, ਇੰਜ ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਹਿਲਾਂ ਉਹਨੂੰ ਸਾਫ਼ ਕਰਨ ਵਾਸਤੇ ਗਏ ਤੇ ਸਮਾਂ ਬਣਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ। ਹੁਣ ਸਾਧ ਸੰਗਤ ਇੱਥੋਂ ਥੋੜਾ ਜਿਹਾ ਆਪਾਂ ਇੱਕ ਲੜੀ ਬਣਾ ਕੇ ਤੁਰਨਾ ਚਾਹੁੰਦੇ ਆ, ਕਿਉਂਕਿ ਜਿਹੜੀਆਂ ਇਹ ਸਾਰੀਆਂ ਸ਼ਹਾਦਤਾਂ ਹੋਈਆਂ ਇਹਨਾਂ ਦੇ ਪਿੱਛੇ ਕਾਰਨ ਕੀ ਹੈ। ਹੁਣ ਔਰੰਗਜ਼ੇਬ ਤਖਤ ਤੇ ਬੈਠਾ ਹੈ, 1600 ਸਾਧ ਸੰਗਤ ਇਹ 56 ਦੇ ਵਿੱਚ ਬੈਠਾ, ਤੇ ਉਸ ਵਕਤ ਇਹਨੇ ਬੈਠ ਦੇ ਸਾਰ ਹੀ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। ਔਰੰਗਜ਼ੇਬ ਨੇ ਤਸ਼ੱਦਦ ਕਿਹੜਾ ਕੀਤਾ? ਸਭ ਤੋਂ ਪਹਿਲਾਂ ਇਹਨੇ ਆਪਣਾ ਪਿਤਾ ਸ਼ਾਹਜਹਾਨ ਉਹਨੂੰ ਆਪਣੀ ਕੈਦ ਦੇ ਵਿੱਚ ਸਾਧ ਸੰਗਤ ਇਹਨੇ ਗ੍ਰਿਫਤਾਰ ਕੀਤਾ, ਉਹਦੇ ਉੱਪਰ ਤਸ਼ੱਦਦ ਕੀਤਾ, ਆਪਣੇ ਭਰਾ ਖਤਮ ਕੀਤੇ। ਤੇ ਸਾਧ ਸੰਗਤ ਇਹਨੇ ਇੰਨਾ ਤਸ਼ੱਦਦ ਵਧਾ ਦਿੱਤਾ ਕਿ ਇਹਦਾ ਜਿਹੜਾ ਮਨਸੂਬਾ ਸੀ, ਫਲਸਫਾ ਸੀ, ਇਹ ਆਖਦਾ ਸੀ ਕਿ ਮੈਂ ਇਸ ਧਰਤੀ ਦੇ ਜਿਹੜਾ ਧਰਤੀ ਦਾ ਟੁਕੜਾ ਹੈ, ਇਹਦੇ ਉੱਪਰ ਸਿਰਫ ਇੱਕੋ ਹੀ ਧਰਮ ਰਹਿਣ ਦਿਆਂਗਾ, ਉਹ ਹੈ ਮੁਸਲਮਾਨ ਧਰਮ। ਇਹਨੇ ਸਾਧ ਸੰਗਤ ਅੱਤ ਦਾ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। ਯਾਦ ਰੱਖਿਓ, ਜਦੋਂ ਇਹਨੇ ਤਸ਼ੱਦਦ ਕੀਤਾ, ਆਪਾਂ ਜਦੋਂ ਸ਼ਹੀਦੀ ਦੀ ਗੱਲ ਕਰਦੇ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ, ਭਾਵੇਂ ਸਾਧ ਸੰਗਤ ਆਪਾਂ ਜਨੇਊ ਦੀ ਗੱਲ ਕਰਦੇ ਆ, ਯਾਦ ਰੱਖਿਓ ਔਰੰਗਜ਼ੇਬ ਉਹ ਬੰਦਾ ਹੈ ਜਿਹਨੇ ਸਿੱਧਾ ਜਨੇਊ ਤੱਕ ਨਹੀਂ ਪਹੁੰਚਿਆ। ਇਹਨੇ ਸਭ ਤੋਂ ਪਹਿਲਾਂ ਸਾਧ ਸੰਗਤ ਜਿਹੜਾ ਸਿਆਸੀ ਪੈਂਤੜਾ ਹੁੰਦਾ ਨਾ ਉਹ ਵਰਤਿਆ। ਸਿਆਸੀ ਪੈਂਤੜਾ ਕੀ ਹੈ? ਜਦੋਂ ਔਰੰਗਜ਼ੇਬ ਨੇ ਸਾਧ ਸੰਗਤ ਇਹ ਦੇਖਿਆ, ਉਸ ਵਕਤ ਇਹਨੇ ਸਭ ਤੋਂ ਪਹਿਲਾਂ ਗੱਲ ਆਖੀ ਹੈ ਕਿ ਹਿੰਦੁਸਤਾਨ ਦੇ ਵਿੱਚ ਨਵਾਂ ਮੰਦਿਰ ਨਹੀਂ ਕੋਈ ਬਣਨਾ ਚਾਹੀਦਾ, ਤੇ ਜਿਹੜੇ ਪੁਰਾਣੇ ਮੰਦਿਰ ਸੀ ਉਹ ਸਾਧ ਸੰਗਤ ਰਿਪੇਅਰ ਦੇ ਨਾਮ ਦੇ ਉੱਪਰ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ। ਜਦੋਂ ਨਵੇਂ ਮੰਦਿਰ ਨਾ ਬਣੇ, ਪੁਰਾਣੇ ਮੰਦਿਰ ਬੰਦ ਕਰ ਦਿੱਤੇ ਗਏ, ਅੰਦਰੋਂ ਅੰਦਰੀ ਢਾਹ ਕੇ ਸਾਧ ਸੰਗਤ ਉਹਨਾਂ ਦੀ ਜਗ੍ਹਾ ਮਸਜਿਦਾਂ ਬਣਾ ਦਿੱਤੀਆਂ ਗਈਆਂ। ਤੇ ਉਸ ਵਕਤ ਇਹਨੇ ਅਫਗਾਨ ਖਾਨ ਨੂੰ ਆਖਿਆ ਕਿ ਹੁਣ ਜਿੰਨੇ ਵੀ ਬ੍ਰਾਹਮਣ ਹੈ, ਜਿੰਨੇ ਵੀ ਪੰਡਤ ਹੈ, ਜਿੰਨੇ ਵੀ ਹਿੰਦੂ ਹੈ, ਇਹਨਾਂ ਦੇ ਜਨੇਊ ਉਤਾਰ ਕੇ ਇਹਨਾਂ ਨੂੰ ਮੁਸਲਮਾਨ ਬਣਾਓ, ਤੇ ਜੇ ਬਣਦੇ ਆ ਠੀਕ ਹੈ, ਨਹੀਂ ਤਾਂ ਇਹਨਾਂ ਨੂੰ ਤਲਵਾਰ ਦੇ ਘਾਟ ਉਤਾਰ ਦਿਓ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਫਿਰ ਉਹ ਰਹਿਮਤ, ਉਹ ਬਖਸ਼ਿਸ਼ ਕੀਤੀ ਹੈ, ਉਹ ਕਿਰਪਾ ਕੀਤੀ ਹੈ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ ਜੀ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ 15 ਰਾਗਾਂ ਦੇ ਵਿੱਚ 59 ਸ਼ਬਦ ਹੈ, 57 ਸ਼ਲੋਕ ਹੈ। 59 ਸ਼ਬਦ ਤੇ 57 ਸ਼ਲੋਕ, ਉਹਨਾਂ ਦੇ ਵਿੱਚ ਇੱਕ ਵੀ ਉਦਾਹਰਨ ਸਾਧ ਸੰਗਤ ਮੁਸਲਮਾਨ ਸ਼ਰ੍ਹਾ ਦੀ ਨਹੀਂ ਹੈ। ਇੱਕ ਵੀ ਉਦਾਹਰਨ। ਜਿੰਨੀ ਵੀ ਬਾਣੀ ਹੈ ਉਹ ਹਿੰਦੀ ਦੇ ਵਿੱਚ ਰਚੀ ਗਈ ਹੈ। ਜਿੰਨੀ ਵੀ ਬਾਣੀ ਹੈ ਸਾਧ ਸੰਗਤ, ਉਹ ਉਦਾਹਰਨਾਂ ਹਿੰਦੂ ਵੀਰਾਂ ਦੀਆਂ ਲੈ ਲੈ ਕੇ ਉਹਨਾਂ ਨੂੰ ਜਾਗਰਤ ਕੀਤਾ ਹੈ ਕਿ ਤੁਸੀਂ ਆਪਣਾ ਵੱਲ ਹਾਰ ਗਏ ਹੋ। ਤੇ ਜਦੋਂ ਮਨੁੱਖ ਆਪਣਾ ਵੱਲ ਹਾਰ ਜਾਵੇ ਨਾ, ਉਸ ਵਕਤ ਸਾਧ ਸੰਗਤ
फिर ਉਹਦਾ ਜਿਹੜਾ ਜੀਣਾ ਉਹ ਦੁੱਭਰ ਹੋ ਜਾਂਦਾ। ਗੁਰਬਾਣੀ ਦਾ ਵਚਨ ਹੈ, ਮਹਾਰਾਜ ਕਹਿੰਦੇ ਜੇ ਜੀਵੈ ਪਲ ਲੱਥੀ ਜਾਏ ਸਭ ਹਰਾਮ ਜਿੰਦਾ ਕਿਛ ਖਾਏ। ਮਹਾਰਾਜ ਕਹਿੰਦੇ ਜੇ ਤੇਰੇ ਪੱਲੇ ਤੇਰੀ ਇੱਜ਼ਤ ਹੀ ਨਹੀਂ ਹੈ ਤੇ ਜੀਣ ਦਾ ਕੀ ਫਾਇਦਾ ਹੈ। ਜੇ ਤੇਰੇ ਪੱਲੇ ਤੇਰੀ ਆਬਰੂ ਹੀ ਹੈ ਨਹੀਂ, ਤੇਰੀ ਇੱਜ਼ਤ ਹੈ ਨਹੀਂ, ਤੇਰੀ ਆਬਰੂ ਹੈ ਨਹੀਂ, ਫਿਰ ਇਹੋ ਜਿਹੇ ਜੀਣ ਦਾ ਕੀ ਕਰਨਾ। ਸਤਿਗੁਰੂ ਗੁਰੂ ਪਾਤਸ਼ਾਹ ਨੇ ਫਿਰ ਇਹਨਾਂ ਅੰਦਰ ਜੁਰਤ ਭਰੀ। ਉਹ ਜੁਰਤ ਕਿਹੜੀ ਸੀ? ਭਾਵੇਂ ਸਾਧ ਸੰਗਤ ਚਲੋ ਇਹ ਇਤਿਹਾਸ ਨਵੇੜਾ ਹੈ, ਮੈਂ ਆਨੰਦਪੁਰ ਸਾਹਿਬ ਤੱਕ ਸਾਧ ਸੰਗਤ ਪਹੁੰਚਣਾ ਚਾਹੁੰਦਾ ਕਿ ਕਿਵੇਂ ਸਤਿਗੁਰੂ ਗੁਰੂ ਪਾਤਸ਼ਾਹ ਨੇ ਸ਼ਹੀਦੀ ਦੇ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਫਿਰ ਆਨੰਦਪੁਰ ਸਾਹਿਬ ਦੇ ਵਿੱਚ ਕਿਹੜੀਆਂ ਕਰਾਮਾਤਾਂ ਕੀਤੀਆਂ। ਤੇ ਜਿਸ ਵਕਤ ਇਹ ਹਿੰਦੂ ਵੀਰ, ਇਹ ਬ੍ਰਾਹਮਣ ਵੀਰ ਆਪੋ ਆਪਣੇ ਤਰੀਕੇ ਦੇ ਨਾਲ ਅਨੇਕਾਂ ਤਰ੍ਹਾਂ ਦੀਆਂ ਇਹਨਾਂ ਨੇ ਪੂਜਾ ਕੀਤੀਆਂ, ਅਨੇਕਾਂ ਤਰ੍ਹਾਂ ਦੇ ਸਾਧ ਸੰਗਤ ਇਹਨਾਂ ਨੇ ਜਿਹੜੇ ਹਵਨ ਕੀਤੇ, ਪਰ ਨਾ ਗੱਲ ਬਣੀ। ਅਖੀਰਕਾਰ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਕੋਲ ਪਹੁੰਚੇ, ਆ ਕੇ ਆਖਣ ਲੱਗੇ ਸੱਚੇ ਪਾਤਸ਼ਾਹ ਬਸ ਇੱਕੋ ਹੀ ਦਰ ਹੈ, ਹੁਣ ਗੁਰੂ ਨਾਨਕ ਦਾ ਦਰ ਹੈ, ਤੇ ਤੁਸੀਂ ਕਿਰਪਾ ਕਰਕੇ ਸਾਡੇ ਧਰਮ ਦੀ ਰਾਖੀ ਕਰੋ। ਸਾਧ ਸੰਗਤ ਕਿੰਨੀ ਹੈਰਾਨੀ ਵਾਲੀ ਗੱਲ ਹੈ। ਦੇਖੋ ਹਿੰਦੂ ਧਰਮ ਸਿੱਖ ਧਰਮ ਤੋਂ ਅਲੱਗ ਹੈ, ਪਰ ਸਤਿਗੁਰੂ ਗੁਰੂ ਪਾਤਸ਼ਾਹ ਨੇ ਸਾਧ ਸੰਗਤ ਦੇ ਹਿੰਦੂ ਧਰਮ ਦੇ ਲਈ ਵੀ ਆਪਣਾ ਬਲੀਦਾਨ ਦਿੱਤਾ ਹੈ, ਆਪਣੀ ਸ਼ਹਾਦਤ ਦਿੱਤੀ ਹੈ। ਇਹ ਕੋਈ ਸੌਖੀ ਗੱਲ ਨਹੀਂ ਹੈ। ਕਿਸੇ ਦੇ ਲਈ ਮਰਨਾ, ਕਿਸੇ ਦੇ ਲਈ ਮਿਟਣਾ, ਇਹ ਸਭ ਤੋਂ ਵੱਡੀ ਇਨਸਾਨੀਅਤ ਹੈ। ਆਪਣੇ ਲਈ ਤਾਂ ਹਰ ਇੱਕ ਬੰਦਾ ਲੜਦਾ ਹੈ, ਆਪਣੇ ਲਈ ਤਾਂ ਹਰ ਇੱਕ ਬੰਦਾ ਮਰਨ ਮਿਟਣ ਨੂੰ ਤਿਆਰ ਹੈ, ਪਰ ਸਵਾਲ ਉਦੋਂ ਆਉਂਦਾ ਜਦੋਂ ਬੰਦਾ ਦੂਸਰੇ ਦੀ ਖਾਤਰ ਭਿੜ ਜਾਵੇ, ਜਦੋਂ ਦੂਸਰੇ ਦੀ ਖਾਤਰ ਲੜ ਜਾਵੇ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਜਗਾਉਣ ਦਾ ਸਾਧ ਸੰਗਤ ਗੁਰਬਾਣੀ ਦੇ ਵਿੱਚ ਇਹਨਾਂ ਨੂੰ ਉਦਾਹਰਨਾਂ ਦੇ ਕੇ ਸਮਝਾਇਆ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਣ ਲੱਗੇ, ਕਹਿੰਦੇ ਤੁਸੀਂ ਤਾਂ ਆਖਦੇ ਸੀ ਜਦੋਂ ਜਿਹੜੇ ਸੰਗਤ ਵੇਦਾਂ ਦਾ ਕਿਨਾਂ ਜੇ ਕਿਸੇ ਨੇ ਪਾਠ ਸੁਣਿਆ ਨਾ ਜੀ, ਤੁਸੀਂ ਦੇਖੋ ਸਾਧ ਸੰਗਤ ਵੇਦਾਂ ਦੇ ਵਿੱਚ ਅਨੇਕਾਂ ਉਦਾਹਰਨਾਂ ਇਹੋ ਜਿਹੀਆਂ ਆਇਆ ਕਿ ਤੰਦੂਏ ਨੇ ਹਾਥੀ ਨੂੰ ਫੜ ਲਿਆ ਤੇ ਹਾਥੀ ਨੂੰ ਪਰਮਾਤਮਾ ਨੇ ਛੁਡਾ ਦਿੱਤਾ। ਅਨੇਕਾਂ ਉਦਾਹਰਨਾਂ ਗੁਰੂ ਸਾਹਿਬ ਦੇ ਅੰਦਰ ਵੀ ਇਹ ਪਾਵਨ ਪਵਿੱਤਰ ਵਚਨ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਖਣ ਲੱਗੇ, ਕਹਿੰਦੇ ਤੁਸੀਂ ਤਾਂ ਆਖਦੇ ਸੀ ਕਿ ਹਾਥੀ ਤੰਦੂਏ ਤੋਂ ਛੁੱਟ ਗਿਆ, ਬਈ ਤੁਸੀਂ ਵੀ ਪਰਮਾਤਮਾ ਦੀ ਭਗਤੀ ਕਰੋ, ਤੁਸੀਂ ਵੀ ਰੱਬ ਦੀ ਭਗਤੀ ਕਰੋ, ਤੁਸੀਂ ਵੀ ਇਸ ਬੰਧਨ ਤੋਂ ਮੁਕਤ ਹੋ ਸਕਦੇ ਹੋ। ਸਤਿਗੁਰੂ ਗੁਰੂ ਪਾਤਸ਼ਾਹ ਨੇ ਫਿਰ ਸ਼ਲੋਕ ਉਚਾਰਨ ਕੀਤਾ ਦੋਹਰਾ, ਬਲ ਛੁਟ ਕਿਉ ਬੰਧਨ ਪਰੇ ਕਛੂ ਨਾ ਹੋਤ ਉਪਾਏ। ਮਹਾਰਾਜ ਕਹਿੰਦੇ ਜਦੋਂ ਬੰਦੇ ਦੇ ਅੰਦਰੋਂ ਬਲ ਖਤਮ ਹੋ ਜਾਵੇ ਨਾ, ਜ਼ੋਰ ਖਤਮ ਹੋ ਜਾਵੇ, ਬਲ ਛੁਟ ਕਿਉ ਬੰਧਨ ਪਰੇ, ਮਹਾਰਾਜ ਕਹਿੰਦੇ ਯਾਦ ਰੱਖੋ ਫਿਰ ਉਹਨੂੰ ਬੰਧਨਾਂ ਵਿੱਚ ਪੈਣੇ ਪੈਂਦਾ ਹੈ। ਬਲ ਛੁਟ ਕਿਉ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਵ ਓਟ ਹਰ ਗਜ ਜਿਉ ਹੋ ਸਹਾਏ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਨਾਲੇ ਸ਼ਲੋਕ ਇੱਕ ਹੋਰ ਉਚਾਰਨ ਕਰ ਦਿੱਤਾ। ਮਹਾਰਾਜ ਕਹਿੰਦੇ ਬਲ ਹੋਵਾ ਬੰਧਨ ਪਰੇ ਸਭ ਕਿਛ ਹੋ ਤੇ ਪਾਏ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਣ ਕਹਿੰਦੇ ਬਲ ਵੀ ਕੋਲ ਹੈ ਤੇ ਸਾਧ ਸੰਗਤ ਫਿਰ ਵੀ ਬੰਦਾ ਬੰਧਨ ਵਿੱਚ ਪੈ ਜਾਵੇ, ਜ਼ੋਰ ਵੀ ਕੋਲ ਹੈ ਫਿਰ ਵੀ ਬੰਦਾ ਬੰਧਨ ਵਿੱਚ ਪੈ ਜਾਵੇ। ਮਹਾਰਾਜ ਕਹਿੰਦੇ ਫਿਰ ਰੱਬ ਦੇ ਅੱਗੇ ਅਰਦਾਸ ਕਰੀ, ਬਲ ਹੁਆ ਬੰਧਨ ਪਰੇ ਸਭ ਕੁਛ ਹੋਤ ਪਾਏ, ਨਾਨਕ ਸਭ ਕੁਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ। ਐ ਅਕਾਲ ਪੁਰਖ ਹੁਣ ਤੂੰ ਸਾਡੀ ਸਹਾਇਤਾ ਕਰ। ਤੇ ਜਦੋਂ ਔਰੰਗਜ਼ੇਬ ਨੇ ਇੱਕ ਤਸ਼ੱਦਦ ਵਧਾ ਦਿੱਤਾ ਨਾ ਜੀ, ਉਸ ਵਕਤ ਇਹ ਬ੍ਰਾਹਮਣ ਵੀਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਕੋਲ ਚੱਲ ਕੇ ਆਏ, ਫਰਿਆਦ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਸਾਡੇ ਧਰਮ ਨੂੰ ਬਚਾਓ। ਤੇ ਗੁਰੂ ਪਾਤਸ਼ਾਹ ਨੇ ਇਹਨਾਂ ਨੂੰ ਆਖਿਆ ਕਿ ਕੋਈ ਗੱਲ ਨਹੀਂ, ਘਬਰਾਓ ਨਾ, ਤੁਹਾਡੀ ਬਾਹ ਗੁਰੂ ਨਾਨਕ ਨੇ ਫੜੀ ਹੈ। ਇੱਥੇ ਤਾਂ ਉਹ ਚੀਜ਼ ਹੈ ਸਿਰ ਦੇ ਦਿੱਤਾ ਜਾ ਸਕਦਾ, ਪਰ ਬਾਹ ਨਹੀਂ ਛੱਡੀ ਜਾ ਸਕਦੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਧਰਤੀ ਤੋਂ ਤੁਰਨ ਲੱਗੇ ਨਾ ਜੀ, ਜਦੋਂ ਸ਼ਹੀਦੀ ਦੇਣ ਵਾਸਤੇ ਚੱਲੇ ਆ, ਨਾਲ ਸਿੱਖ ਲਏ। ਤੇ ਯਾਦ ਰੱਖਿਓ ਉਸ ਵਕਤ
ਗੋਬਿੰਦ ਰਾਏ ਜਿਹੜੀ ਇਹਨਾਂ ਦੀ ਉਮਰ ਹੈ ਉਹ 9 ਸਾਲ ਦੀ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੁਰਨ ਲੱਗੇ ਆ। ਹੁਣ ਇੱਕ ਪਾਸੇ ਮਾਤਾ ਨਾਨਕੀ ਜੀ ਖੜੇ ਆ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਮਾਤਾ, ਦੂਸਰੇ ਪਾਸੇ ਸਾਧ ਸੰਗਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਮਹਿਲ ਮਾਤਾ ਗੁਜਰ ਕੌਰ ਜੀ ਖੜੇ ਆ। ਇਹ ਪੂਰਾ ਪਰਿਵਾਰ ਖੜਾ ਹੈ ਤੇ ਉਹ ਕਿਹੋ ਜਿਹਾ ਦ੍ਰਿਸ਼ ਹੋਵੇਗਾ ਤੇ ਸਾਧ ਸੰਗਤ ਮਾਂ ਦੀਆਂ ਅੱਖਾਂ ਕਿਵੇਂ ਦੇਖਦੀਆਂ ਹੋਣਗੀਆਂ, ਮਾਂ ਦੀਆਂ ਆਂਦਰਾਂ ਕਿਵੇਂ ਤੜਫਦੀਆਂ ਹੋਣਗੀਆਂ। ਮੇਰਾ ਹੀਰੇ ਵਰਗਾ ਪੁੱਤ, ਮੇਰਾ ਚੜ੍ਹਦੀ ਕਲਾ ਵਾਲਾ ਪੁੱਤ ਅੱਜ ਸ਼ਹੀਦ ਹੋਣ ਵਾਸਤੇ ਚੱਲਿਆ ਹੈ। ਤੇ ਉਹ ਘਰਵਾਲੀ ਦਾ ਕੀ ਹਾਲ ਹੋਵੇਗਾ, ਮਾਤਾ ਗੁਜਰ ਕੌਰ ਕੀ ਸੋਚਦੀ ਹੋਵੇਗੀ ਕਿ ਐਨੇ ਚਿਰ ਤੋਂ ਬਾਅਦ ਸਾਡੇ ਘਰ ਦੇ ਵਿੱਚ ਖੁਸ਼ੀ ਆਈ ਸੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜਨਮ ਹੋਇਆ ਸੀ, ਪ੍ਰਕਾਸ਼ ਹੋਇਆ ਸੀ, ਤੇ ਅੱਜ ਮੇਰਾ ਸਿਰ ਦਾ ਸਾਈਂ ਕਿਸੇ ਦੂਸਰੇ ਦੇ ਧਰਮ ਦੀ ਖਾਤਰ ਆਪਣਾ ਬਲੀਦਾਨ ਦੇਣ ਚੱਲਿਆ ਹੈ। ਤੇ ਜਦੋਂ ਸਾਧ ਸੰਗਤ ਇਹ ਤਿਆਰੀ ਹੋਈ ਨਾ, ਇਤਿਹਾਸਕਾਰ ਲਿਖਦੇ ਨੇ ਕਿ ਮਾਤਾ ਗੁਜਰ ਕੌਰ ਕੋਲ ਖੜੀ ਹੈ, ਮਾਤਾ ਨਾਨਕੀ ਖੜੀ ਹੈ, ਤੇ ਜਦੋਂ ਪਾਤਸ਼ਾਹ ਤੁਰਨ ਲੱਗੇ ਨਾ, ਉਸ ਵਕਤ ਇਹਨਾਂ ਨੇ ਆਪਣੇ ਮਹਿਲ ਗੁਜਰੀ ਜੀ ਨੂੰ ਆਖਿਆ, ਕਹਿੰਦੇ ਗੁਜਰੀ ਦੇਖੀ ਮੈਂ ਬਲੀਦਾਨ ਦੇਣ ਵਾਸਤੇ ਚੱਲਿਆ ਹਾਂ, ਤੇ ਯਾਦ ਰੱਖੀ ਜਿਹੜਾ ਆਉਣ ਵਾਲਾ ਸਮਾਂ ਹੈ ਇਹ ਬਹੁਤ ਭਿਆਨਕ ਹੈ। ਤੈਨੂੰ ਆਪਣੇ ਅੱਖਾਂ ਦੇ ਨਾਲ ਬਹੁਤ ਕੁਝ ਦੇਖਣਾ ਪਵੇਗਾ, ਤੈਨੂੰ ਬੜਾ ਦਰਦ ਸਹਾਰਨਾ ਪਵੇਗਾ। ਉਸ ਵਕਤ ਮਾਤਾ ਗੁਜਰ ਕੌਰ ਆਖਣ ਲੱਗੀ, ਕਹਿੰਦੇ ਸਿਰ ਦੇ ਸਾਈਆਂ ਤੂੰ ਮੇਰੇ ਨਾਲ ਸੀ, ਮੈਂ ਬੜੇ ਔਖੇ ਵਕਤ ਦੇਖੇ ਐ, ਮੈਂ ਬੜੇ ਔਖੇ ਸਮੇਂ ਦੇਖੇ ਐ, ਘਰ ਵਿੱਚ ਸੰਤਾਨ ਲੰਮਾ ਸਮਾਂ ਨਾ ਹੋਈ ਉਹ ਵੀ ਵਕਤ ਦੇਖਿਆ ਹੈ, ਗੁਰਦਾ ਗੱਦੀ ਨਾ ਮਿਲੀ ਉਹ ਵੀ ਵਕਤ ਦੇਖਿਆ ਹੈ, ਕਿੰਨੇ ਔਖੇ ਸਮੇਂ ਦੇਖੇ, ਤੁਹਾਡੇ ਪਰ ਗੋਲੀ ਚੱਲੀ ਉਹ ਵੀ ਔਖਾ ਵਕਤ ਦੇਖਿਆ, ਤੁਸੀਂ ਨਾਲ ਸੀ, ਮੈਂ ਹੰਢਾਲੇ ਆ। ਹੁਣ ਤੁਸੀਂ ਮੇਰੇ ਨਾਲ ਨਹੀਂ ਹੋਣਾ ਤੇ ਜਿਹੜਾ ਔਖਾ ਵਕਤ ਹੈ ਉਹ ਕਿਵੇਂ ਹੰਢਾਵਾਂਗੀ, ਉਹਨੂੰ ਕਿਵੇਂ ਮੈਂ ਜਲਾਂਗੀ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਖਣ ਲੱਗੇ, ਕਹਿੰਦੇ ਕੋਈ ਗੱਲ ਨਹੀਂ, ਵੀ ਉਹਦਾ ਵੀ ਜਿਹੜਾ ਇੰਤਜ਼ਾਮ ਹੈ ਉਹ ਮੈਂ ਕਰਕੇ ਜਾਵਾਂਗਾ। ਹੁਣ ਮਾਂ ਗੁਜਰ ਕੌਰ ਆਖਣ ਲੱਗੀ, ਕਹਿੰਦੀ ਵੀ ਉਹ ਕਿਵੇਂ। ਤੇ ਉਸ ਵਕਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਖਣ ਲੱਗੇ, ਕਹਿੰਦੇ ਜਿਹੜਾ ਮੇਰਾ ਆਸੀਸ ਹੈ ਨਾ, ਇਹ ਦਿੱਲੀ ਤੋਂ ਚੱਲ ਕੇ ਆਨੰਦਪੁਰ ਸਾਹਿਬ ਆਵੇਗਾ, ਤੇਰੀ ਝੋਲੀ ਦੇ ਵਿੱਚ ਪਵੇਗਾ। ਤੇ ਯਾਦ ਰੱਖੀ ਜਦੋਂ ਮੇਰਾ ਆਸੀਸ ਤੇਰੀ ਝੋਲੀ ਦੇ ਵਿੱਚ ਪਿਆ, ਜੇ ਤਾਂ ਤੂੰ ਉਸ ਦੁੱਖ ਨੂੰ ਜ਼ਰ ਗਈ, ਜੇ ਤਾਂ ਤੂੰ ਆਪਣੇ ਹੰਝੂਆਂ ਨੂੰ ਜ਼ਰ ਗਈ, ਫਿਰ ਯਾਦ ਰੱਖੀ ਦੁਨੀਆ ਦੇ ਜਿੱਡਾ ਵੱਡਾ ਮਰਜ਼ੀ ਦੁੱਖ ਆ ਜਾਵੇ ਉਹ ਸਾਰੇ ਤੂੰ ਜਰ ਜਾਵੇਂਗੀ। ਗੁਜਰੀ ਯਾਦ ਰੱਖੀ ਇਹ ਤੇਰੀ ਪ੍ਰੀਖਿਆ ਹੈ। ਤੇ ਜਿਸ ਵਕਤ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਉੱਥੇ ਸ਼ਹਾਦਤ ਹੋਈ ਨਾ ਜੀ, ਤੇ ਬਾਬਾ ਭਾਈ ਜੈਤਾ ਜੀ ਉਹਨਾਂ ਨੇ ਸਤਿਗੁਰੂ ਗੁਰੂ ਪਾਤਸ਼ਾਹ ਦੇ ਸੀਸ ਨੂੰ ਸੰਭਾਲਿਆ ਤੇ ਸੰਭਾਲ ਕੇ ਸਾਧ ਸੰਗਤ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ। ਤੇ ਜਦੋਂ ਕੀਰਤਪੁਰ ਸਾਹਿਬ ਵਿਖੇ ਆਏ, ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਉਹ ਜਿਗਰਾ ਜਿਨ੍ਹਾਂ ਨੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਦਾ ਸੀਸ, ਕੱਲਾ ਸੀਸ ਝੋਲੀ ਵਿੱਚ ਪਵਾਇਆ ਹੋਵੇ, ਤੇ ਸਾਧ ਸੰਗਤ ਉਹ ਕਿਹੋ ਜਿਹਾ ਦ੍ਰਿਸ਼ ਹੋਵੇਗਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਮਹਿਲ ਮਾਤਾ ਗੁਜਰ ਕੌਰ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਪਿਤਾ ਦਾ ਸੀਸ ਆਪਣੀ ਮਾਂ ਦੀ ਝੋਲੀ ਦੇ ਵਿੱਚ ਪਾਇਆ, ਤੇ ਜਦੋਂ ਉਹ ਕੱਪੜੇ ਨੂੰ ਖੋਲਿਆ, ਵਿੱਚੋਂ ਆਪਣੇ ਸਾਈਂ ਦੇ ਚਿਹਰੇ ਦੇ ਦਰਸ਼ਨ ਕੀਤੇ, ਤੇ ਉਸ ਵਕਤ ਮਾਤਾ ਗੁਜਰ ਕੌਰ ਨੇ ਸਾਧ ਸੰਗਤ ਸਾਰੇ ਹੰਝੂਆਂ ਨੂੰ ਅੰਦਰੋਂ ਪੀ ਲਿਆ। ਇੱਕ ਵਾਰੀ ਵੀ ਆਪਣੀ ਅੱਖਾਂ ਦੇ ਵਿੱਚੋਂ ਹੰਝੂ ਨਾ ਆਣ ਦਿੱਤੇ। ਖੈਰ ਉੱਥੇ ਆਨੰਦਪੁਰ ਸਾਹਿਬ ਵਿਖੇ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ। ਹੁਣ ਇੱਥੋਂ ਆ ਗੱਲ ਸਮਝਿਓ ਕਿ ਅਸਲ ਵਿੱਚ ਆਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਦਾ ਕਾਰਨ ਕੀ ਸੀ। ਆਨੰਦਪੁਰ ਸਾਹਿਬ ਨੂੰ ਐਡਾ ਲੰਬਾ ਘੇਰਾ ਪਾਇਆ ਕਿਉਂ ਗਿਆ ਹੈ। ਜਿਸ ਵਕਤ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਹੋਣ ਵਾਸਤੇ ਗਏ ਨਾ, ਔਰੰਗਜ਼ੇਬ ਨੇ ਆਖ ਦਿੱਤਾ ਸੀ
ਕਿ ਤੁਸੀਂ ਹਿੰਦੂਆਂ ਦੇ ਮਿੱਤਰ ਬਣ ਕੇ ਉਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਆਏ ਆ, ਤੇ ਮੈਂ ਵਾਅਦਾ ਕਰਦਾ ਹਾਂ ਤੁਹਾਡਾ ਇੱਥੇ ਸ਼ੀਸ਼ ਕੱਢ ਕੇ ਤੁਹਾਡੇ ਸਰੀਰ ਦੇ 4 ਟੋਟੇ ਕਰਕੇ ਮੈਂ ਦਿੱਲੀ ਦੇ ਚੌਹਾਂ ਦਰਵਾਜ਼ਿਆਂ ਤੇ ਟੰਗ ਦਿਆਂਗਾ। ਤੁਹਾਡੇ ਸ਼ੀਸ਼ ਨੂੰ ਚਾਂਦਨੀ ਚੌਕ ਦੇ ਵਿੱਚ ਟੰਗ ਦਿਆਂਗਾ। ਜਦੋਂ ਦੁਨੀਆ ਦੇਖੇਗੀ, ਦੁਨੀਆ ਤਰਾ ਕਰੇਗੀ। ਤੇ ਸਾਧ ਸੰਗਤ, ਪਰ ਜਿੰਨਾ ਕੁਝ ਉਹਨੇ ਆਖਿਆ ਸੀ ਗੁਰੂ ਕੇ ਸਿੱਖਾਂ ਨੇ ਸਾਧ ਸੰਗਤ ਟੋਟੇ ਤਾਂ ਕੀ, ਪਾਤਸ਼ਾਹ ਦੇ ਸਾਧ ਸੰਗਤ ਧੜ ਵੀ ਉਹਦੇ ਹੱਥ ਨਹੀਂ ਲਾਣ ਦਿੱਤਾ। ਔਰੰਗਜ਼ੇਬ ਨੇ ਕਸਮ ਖਾਧੀ ਸੀ ਕਿ ਮੈਂ ਤੁਹਾਡਾ ਜਿਹੜਾ ਧੜ ਹੈ ਇਹਦੇ 4 ਟੋਟੇ ਕਰਕੇ ਦਿੱਲੀ ਦੇ ਚੌਹਾਂ ਦਰਵਾਜ਼ਿਆਂ ਤੇ ਟੰਗਣਾ, ਤੁਹਾਡੇ ਸ਼ੀਸ਼ ਨੂੰ ਚਾਂਦਨੀ ਚੌਕ ਵਿੱਚ ਟੰਗਣਾ ਹੈ। ਲੋਕ ਡਰਨਗੇ ਕਿ ਕਿਵੇਂ ਹਕੂਮਤ ਦੇ ਨਾਲ ਮੱਥਾ ਲਾਈਦਾ ਹੈ। ਪਰ ਯਾਦ ਰੱਖਿਓ ਭਾਈ ਜੈਤਾ ਜੀ ਉਹਨੇ ਸ਼ੀਸ਼ ਨੂੰ ਸਾਂਭਿਆ, ਤੇ ਲੱਖੀ ਸ਼ਾਹ ਬਣਜਾਰਾ ਉਹਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਧੜ ਨੂੰ ਆਪਣੇ ਘਰ ਦੇ ਅੰਦਰ ਰੱਖ ਕੇ ਸੰਸਕਾਰ ਕਰ ਦਿੱਤਾ। ਹੁਣ ਇੱਕ ਕਲ ਪਿਆ, ਬੜਾ ਸਾਧ ਸੰਗਤ ਦੁਖੀ ਹੋਇਆ। ਕਮਾਲ ਦੀ ਗੱਲ, ਐਡਾ ਹਜੂਮ ਹੋਵੇ, ਐਡੇ ਮੇਰੇ ਕੋਲ ਬੰਦੋਬਸਤ ਹੋਵੇ, ਐਡੀ ਫੌਜ ਹੋਵੇ, ਤੇ ਪਾਤਸ਼ਾਹ ਦਾ ਧੜ ਤੇ ਸੀਸ ਕੁਝ ਵੀ ਮੇਰੇ ਪੱਲੇ ਨਹੀਂ ਹੈ। ਇੱਕ ਹਾਰ ਤੋਂ ਸਿਵਾ ਮੇਰੇ ਕੁਝ ਵੀ ਪੱਲੇ ਨਹੀਂ ਪਿਆ। ਤੇ ਹੁਣ ਇਹਨੇ ਸਾਧ ਸੰਗਤ ਕਸਮ ਖਾਧੀ ਹੈ, ਜੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਨਾ ਮਿਲਿਆ ਤੇ ਉਹਦੇ ਪੁੱਤ ਦਾ ਸੀਸ ਮੈਂ ਜ਼ਰੂਰ ਲੈ ਕੇ ਆਵਾਂਗਾ। ਉਹਦੇ ਪੁੱਤ ਦਾ ਜਿਹੜਾ ਸੀਸ ਹੈ ਉਹ ਜ਼ਰੂਰ ਦਿੱਲੀ ਦੇ ਵਿੱਚ ਕੱਢ ਕੇ ਆਵੇਗਾ। ਤੇ ਫਿਰ ਸਾਧ ਸੰਗਤ ਇਹਨੇ ਆਪਣੇ ਜਰਨੈਲ ਵਾਰੋ ਵਾਰੀ ਆਨੰਦਪੁਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਲੜਾਈ ਕਰਨ ਵਾਸਤੇ ਭੇਜੀ। ਹੁਣ ਇੱਕ ਪਾਸੇ ਇਹ ਔਰੰਗਜ਼ੇਬ ਦੀ ਫੌਜ ਹੈ, ਤੇ ਦੂਸਰੇ ਪਾਸੇ ਹੈ ਪਹਾੜੀ ਰਾਜੇ ਸਾਧ ਸੰਗਤ, ਜਿਨ੍ਹਾਂ ਨੂੰ ਵਾਈ ਧਾਰ ਦੇ ਰਾਜੇ ਆਖਿਆ ਜਾਂਦਾ ਸੀ। ਜਦੋਂ ਆਪਾਂ ਪਹਾੜ ਦੀ ਗੱਲ ਕਰਦੇ ਹਾਂ ਸਾਧ ਸੰਗਤ, ਇਸ ਪਹਾੜ ਦੇ ਵਿੱਚ ਨਾ ਵਾਈ ਧਾਰਾਵਾਂ ਵਗਦੀਆਂ ਪਾਣੀ ਦੀਆਂ, ਉਹਨਾਂ ਨੂੰ ਇਸ ਕਰਕੇ ਇਹਨਾਂ ਨੂੰ ਵਾਈ ਧਾਰ ਦੇ ਰਾਜੇ ਆਖਿਆ ਜਾਂਦਾ ਸੀ। ਇੱਕ ਧਾਰ ਦੇ ਉੱਪਰ ਭਾਵ ਇੱਕ ਝਰਨੇ ਦੇ ਉੱਪਰ ਇੱਕ ਰਾਜੇ ਦਾ ਕਬਜ਼ਾ ਹੁੰਦਾ ਸੀ, ਤੇ ਉਹਨੂੰ ਸਾਧ ਸੰਗਤ ਧਾਰ ਦਾ ਜਿਹੜਾ ਕਾਬਜ ਆਖਿਆ ਜਾਂਦਾ ਸੀ। ਇਸ ਕਰਕੇ ਜਿਹੜੇ ਰਾਜੇ ਨੂੰ ਵਾਈ ਧਾਰ ਦੇ ਰਾਜੇ ਆਖਿਆ ਗਿਆ। ਵਾਈ ਧਾਰਾਂ ਪਾਣੀ ਦੀਆਂ ਇਹਨਾਂ ਦੇ ਕੋਲ ਵਗਦੀਆਂ ਸੀ। ਤੇ ਇਹ ਸਤਿਗੁਰੂ ਗੁਰੂ ਪਾਤਸ਼ਾਹ ਦੇ ਨਾਲ ਇਸ ਕਰਕੇ ਲੱਗਣ ਲੱਗ ਪਏ, ਕਿਉਂਕਿ ਜਿਹੜੇ ਲੋਕ ਇਹਨਾਂ ਦੇ ਕੋਲ ਜਾ ਕੇ ਨਮਸਕਾਰਾਂ ਕਰਦੇ ਸੀ, ਇਹਨਾਂ ਦੇ ਕੋਲੋਂ ਡਰਦੇ ਸੀ, ਤੇ ਉਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਆਪਣੀ ਜ਼ਿੰਦਗੀ ਦਾ ਸਹਾਰਾ ਲੈਣ ਲੱਗ ਪਏ। ਜਿਹੜੇ ਲੋਕਾਂ ਨੇ ਕਦੇ ਆਪਣੇ ਹੱਥ ਵਿੱਚ ਕਦੇ ਹਥਿਆਰ ਨਹੀਂ ਫੜਿਆ ਸੀ, ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸ਼ਸਤਰ ਫੜਾ ਦਿੱਤੇ, ਉਹਨਾਂ ਨੂੰ ਜੀਣਾ ਸਿਖਾ ਦਿੱਤਾ। ਤੇ ਸਾਧ ਸੰਗਤ, ਸਭ ਤੋਂ ਵੱਡੀ ਗੱਲ ਹੈ, ਕਿਉਂਕਿ ਜਿਹੜਾ ਨਗਾਰਾ ਰਾਜਿਆਂ ਦੇ ਕੋਲ ਹੀ ਵੱਜਦਾ ਸੀ, ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਿਹੜਾ ਰਣਜੀਤ ਨਗਾਰਾ ਬਣਾਇਆ, ਜਦੋਂ ਉਹ ਵਜਾਇਆ ਨਾ, ਉਸ ਵਕਤ ਇਹਨਾਂ ਰਾਜਿਆਂ ਦੀ ਸਾਧ ਸੰਗਤ ਇੱਕ ਵੀ ਨਾ ਰਹੀ। ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਸਾਨੂੰ ਕੋਈ ਨਾ ਕੋਈ ਹੱਲ ਕਰਨਾ ਪੈਣਾ ਹੈ। ਇਹ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਦੁਸ਼ਮਣੀ ਤੇ ਉਤਰ ਆਏ, ਤੇ ਉਧਰ ਔਰੰਗਜ਼ੇਬ ਉਹ ਵੀ ਦੁਸ਼ਮਣੀ ਤੇ ਉਤਰ ਆਇਆ। ਹੁਣ ਇਹ ਸਾਰੀ ਸਾਧ ਸੰਗਤ ਫੌਜ ਇਕੱਠੀ ਹੋ ਕੇ ਇਹਨਾਂ ਨੇ ਮਈ ਮਹੀਨੇ ਦੇ ਵਿੱਚ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ। ਤੇ ਜਦੋਂ ਮਈ ਮਹੀਨੇ ਦੇ ਵਿੱਚ ਇਹਨਾਂ ਨੇ ਘੇਰਾ ਪਾਇਆ, ਉਸ ਵਕਤ ਆਨੰਦਪੁਰ ਸਾਹਿਬ ਦੇ ਵਿੱਚ ਸਾਧ ਸੰਗਤ ਛਕਣ ਵਾਸਤੇ ਪਦਾਰਥ ਸੀ, ਪੀਣ ਵਾਸਤੇ ਪਾਣੀ ਸੀ। ਹੌਲੀ ਹੌਲੀ ਕਰਕੇ ਇਹ ਘੇਰਾ ਕੱਟਿਆ। ਕਈਆਂ ਨੇ ਸਤਿਗੁਰੂ ਗੁਰੂ ਪਾਤਸ਼ਾਹ ਦੇ ਨਾਲ ਸਿੱਧੀ ਟੱਕਰ ਵੀ ਲੈਣੀ ਚਾਹੀ, ਪਰ ਹਾਰ ਦਾ ਮੂੰਹ ਦੇਖ ਕੇ ਸਾਧ ਸੰਗਤ ਇਹ ਦੂਰ ਹੋ ਕੇ ਬੈਠ ਗਏ। ਇਹਨਾਂ ਨੇ ਹੁਣ ਫੈਸਲਾ ਕਰ ਲਿਆ ਕਿ ਆਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਆਵਾਜਾਈ ਬੰਦ ਕੀਤੀ ਜਾਵੇ, ਖਾਣ ਪੀਣ ਵਾਲੀ ਰਸਤ ਬੰਦ ਕੀਤੀ ਜਾਵੇ। ਕਿੰਨਾ ਕੁ ਟਾਈਮ ਬੈਠ ਜਾਣਗੇ, ਜਦੋਂ ਖਾਣ ਵਾਸਤੇ ਕੁਝ ਨਹੀਂ ਹੋਵੇਗਾ ਆਪਣੇ ਆਪ ਬਾਹਰ ਆਣਗੇ, ਤੇ ਆਪਾਂ ਇਹਨਾਂ ਨੂੰ ਫੜ ਕੇ ਔਰੰਗਜ਼ੇਬ ਦੇ ਹਵਾਲੇ ਕਰਕੇ ਵੱਡੇ ਵੱਡੇ ਇਨਾਮ ਹਾਸਲ ਕਰਾਂਗੇ। ਤੇ ਉਸ ਵਕਤ ਕਰਦੇ ਕਿ ਸਾਧ ਸੰਗਤ ਬੜੀਆਂ ਰੌਣਕਾਂ ਸੀ। ਜਿਹੜੇ ਸਾਹਿਬਜ਼ਾਦਿਆਂ ਦੀ ਆਪਾਂ ਸ਼ਹਾਦਤ ਦੇ ਵਿੱਚ ਸਾਧ ਸੰਗਤ ਸਮਰਪਿਤ ਬੈਠੇ ਆ,
थोड़ा जिहा देखिए कि जदों साहबजादियां का जन्म होया ना, गुरु गोबिंद सिंह सच्चे पातशाह ने कितनी बड़ी कृपा की। धन गुरु गोबिंद सिंह सच्चे पातशाह ने पहली जिहड़ी जंग वो भंगाणी की लड़ी है। जिस वक्त भंगाणी की जंग लड़ी उस वक्त धन गुरु गोबिंद सिंह सच्चे पातशाह के गृह विखे ते साध संगत माता सुंदर कौर जी उन्हां दी कुख तो साहबजादे का जन्म होया 1686 ਦੇ ਵਿੱਚ। याद रखो 1686 ਦੇ ਵਿੱਚ साहबजादा बाबा अजीत सिंह जी का जन्म होता है। माता सुंदर कौर की कुख के विचों नाम रखा गया अजीत सिंह। ते साध संगत बाद विच 3 साहबजादियां का जन्म आनंदपुर साहब के विच हुंदा है। बाबा जुझार सिंह जी, बाबा जोरावर सिंह जी, बाबा फतेह सिंह जी। बाबा अजीत सिंह का जन्म है 1686 का, बाबा जुझार सिंह का जन्म है 1690 का, ते साध संगत बाबा जोरावर सिंह का जन्म है 1696 का। ते याद रखियो जिहड़ा बाबा फतेह सिंह उन्हां दा जन्म है साध संगत 1698 का। 98 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ 99 ਦੇ ਵਿੱਚ ਅਮਰ ਸੰਚਾਰ ਹੁੰਦਾ ਹੈ। ਮੈਂ ਇਹ ਬੇਨਤੀ ਤਾਂ ਕਰ ਲੱਗਿਆ, ਜਿਸ ਵਕਤ ਬਾਬਾ ਫਤਿਹ ਸਿੰਘ ਦਾ ਜਨਮ ਹੋਇਆ ਨਾ, ਇਤਿਹਾਸਕਾਰ ਲਿਖਦੇ ਨੇ ਕਹਿੰਦੇ ਹਜੇ 3 ਮਹੀਨਿਆਂ ਦਾ ਸੀ ਬਾਬਾ ਫਤਿਹ ਸਿੰਘ ਜਦੋਂ ਉਹਨਾਂ ਦੀ ਮਾਤਾ ਜੀਤਾ ਜੀ ਉਹ ਅਕਾਲ ਚਲਾਣਾ ਕਰ ਗਏ। ਫਿਰ ਧਿਆਨ ਵਿੱਚ ਰੱਖਿਓ बाबा अजीत सिंह का जन्म माता सुंदर कौर जी की कुख तो है। ते 3 जिहड़े साहबजादे बाबा जोरावर सिंह, बाबा फतेह सिंह, बाबा जुझार सिंह, इन्हां दा जन्म साध संगत माता जीता जी की कुख तो है। ते गुरु पातशाह दे तीसरे महल होया साहिब देवा, जिन्हों आपां माता साहिब कौर जी आखदे हां। साध संगत इन्हां दी कुख तो किसी बच्चे ने जन्म नहीं लिया, पर धन गुरु गोबिंद सिंह सच्चे पातशाह ने इन्हां दी झोली दे विच खालसा पा दिता सी। ते इहो जी बख्श कीती है, कहंदे बिंदी पुत्र तां खत्म हो सकदे, साहिब देवा साहिब कौर तेरी कुख दे विचों कदे खालसा खत्म नहीं होवेगा। सतगुरु गुरु पातशाह ने एक कृपा कीती। साध संगत हुण एक पासे गुरु गोबिंद सिंह सच्चे पातशाह जिहड़े मजलूमां दी बांह फड़ के बैठे है, कोई दुखिया आंदा उहदा साध संगत दर्द वंडाण वास्ते बैठे है, कोई लोड़वंद आंदा उहदे दर्द वंडाण वास्ते बैठे है, जे कोई राजा गलत काम करदा उहनूं रोकण वास्ते बैठे है। ते साध संगत हुण इन्हां सारियां दी नक दे विच दम हो गए। ये सारे परेशान हो गए कि आपां कोई भी काम नहीं कर सकते, जे किसी नूं दबावांगे तां भी गुरु गोबिंद सिंह मोहरे खड़ा है, जे किसी के ऊपर तशद्दद करांगे तां भी गुरु गोबिंद सिंह मोहरे खड़ा है। ते आपां करिए ते की करिए। हद उदों हो गई जदों गुरु गोबिंद सिंह सच्चे पातशाह का बड़ा सुपुत्र बाबा अजीत सिंह उन्होंने पातशाह ने एक सेवा दी। वो किहड़ी सेवा है? वो सेवा है एक देवकी दास संगत ब्राह्मण पंडित होया है। जदों इहदा विआह होया ना जी, ते जिहड़ी इहदी घरवाली सी उहदा जिहड़ा डोला सी वो पठाणा ने लुट लिया। ते जदों वो लुटिया ते लुट के साध संगत इन्हें बड़ा तरले कीते, बड़ियां मिन्नतां कीतियां वे तुसीं मेरे नाल काम ना करो। अपने साथियां दे कोल भी गया, सारियां दे कोल गया, सारियां ने मना कर दिता। थक हार के ये आनंदपुर साहब विच पहुंचे ते धन गुरु गोबिंद सिंह सच्चे पातशाह मूहरे बैठे है। जाके इन्हें फरियाद की, सच्चे पातशाह गरीब दी लाज रखो, अज मेरा डोला लुटिया गया, मेरी घरवाली लुटी गई है। ते याद रखो धन गुरु गोबिंद सिंह सच्चे पातशाह ने यह सेवा अपने बड़े पुत्र साहबजादा बाबा अजीत सिंह नूं दित्ती सी। आख्या सी अजीत सिंह तू अपने सिखां नूं नाल लैके, ਸਿੰਘਾਂ नूं नाल लैके जा इस ब्राह्मण दा डोला छड़ा के लैके। उस वक्त बाबा अजीत सिंह की उम्र 14 साल की है। ते जदों भाई बचित्र सिंह, भाई उदय सिंह के नाल बाबा अजीत सिंह जी गए
पहली बारी जिहड़ी सेवा मिली है वो भी साध संगत सेवा मनुखता दे भले दी है। पहली बारी जिहड़ी सेवा दी है ते धन गुरु गोबिंद सिंह सच्चे पातशाह ने साबित कर दिता सी कि गुरु गोबिंद सिंह सच्चे पातशाह का पुत्र है। साध संगत जदों अज आपां अपने वल झाती मार के देखदे हां, साडी जवानी तां साध संगत अज विषय विकारां दे विच रुलदी फिरदी है। साडी जवानी तां अज खिमा करियो साध संगत एक दूसरे दियां इज्जतां नूं लुटण नूं फिरदी है। पर धन गुरु गोबिंद सिंह सच्चे पातशाह आखण लगे अजीत सिंह इज्जत लुटनी नहीं है, इज्जत बचानी है। इज्जत बचा के साध संगत ओदी घरवाली नूं लिया के देवकी दास ब्राह्मण नूं सौंप दित्ती सी। ते साध संगत हुण इह भी चुभण लग पिया कि अगे तां गुरु गोबिंद सिंह सच्चे पातशाह सी ते हुण तां उहदा पुत्तर भी ये काम करन लग पिया। हुण तां आपां गलत काम कर ही कोई नहीं सकदे आ। ते साध संगत इन्हां ने फिर एक लंबा घेरा अनंदपुर साहिब नूं पाया। ते जदों आपां इतिहास नूं पढ़दे आ, अल्लाह जार खां जोगी लिखदा है, वो लिखदा है कहंदे जिस दम अनंतपुर में सतगुर मुकीम थे, हमरे घर के लोग थे और कुछ नदीम थे। कहंदे अनंतपुर दे विच धन गुरु गोबिंद सिंह सच्चे पातशाह दा परिवार रह रहा है। अनंतपुर दे विच गुरु के मरजीवड़े सिख रह रहे हैं। ते साध संगत पर कहंदे समा इहो जिहा बन गया, इहो जी घटना घट गई जदों इन्हां सारियां ने रसद पानी बंद कर दिता। ते साध संगत कवि सैनापता यह भी लिखदा है, कहते कई बारी जदों पानी आनंदपुर साहिब दे विच मुक जाना ना जी, पानी लैण वास्ते भी 4 सिख जाते सी। पानी लैण वास्ते 4 सिखां ने जाना, 2 शहीद हो जाने ते 2 ने पानी लेके आना। इहो जिहा समा बन गया। साध संगत आनंदपुर साहिब दे विच जिहड़े दरख्त सी सिखां ने उन्हां दे छिल्लड़ उतार के वो उबाल के साध संगत उहदे नाल गुजारा कीता। इहो जिहा समा बन गया। धन गुरु गोबिंद सिंह सच्चे पातशाह दे जिहड़े घोड़े सी वो भी साध संगत उत्थे खत्म हो गए, प्रसादी हाथी भी खत्म हो गया। ये मैं बेनती तां करनी चाहना गुरु के सिखो, ओ गुरु के सिख है एडा तशद्दद हो गया, छकण वास्ते कुछ नहीं है, पीण वास्ते पानी नहीं है, पत्ते उबाल उबाल के पींदे ने, दरख्तां दे छिल्लड़ उबाल उबाल के पींदे ने। अज अपने अंदर झाती मार के देखिए वो फिर भी सिੱਖੀ नूं छड्डण नूं तैयार नहीं है। अज वधिया रोटियां खा के, वधिया लंगर छक के, वधिया कपड़े पहन के, वधिया घर मकान लैके भी आपां सिੱਖੀ नूं अपनाउण नूं तैयार नहीं। एक पासे वो सिख है ਜਿਹੜੇ सब कुछ खत्म हो गया, उन्हां दे बच्चे आनंदपुर साहिब दे विच है, उन्हां दियां घरवालियां आनंदपुर साहिब दे विच है। अपने जीवन नूं साध संगत भुख दे तोड़े कढदे पए है, बच्चे भुख नाल रोंदे है, कुरलांदे है, फिर भी सिੱਖੀ नूं छड्डण नूं तैयार नहीं है। अज झाती मार के देखिए साडी सिੱਖੀ कित्थे है, अज आपां कित्थे खड़े होए हां। की साडा मन नहीं करदा आपां भी गुरु गोबिंद सिंह सच्चे पातशाह दे ओहो जे सिख बणीए जिन्हां दी खातर धन गुरु गोबिंद सिंह सच्चे पातशाह ने एवें थोड़े साहबजादे बार दिते सी, एवें थोड़े अपने जिगर दे टोटे बार दिते सी। उन्हां ने गुरु दे नाल अपना आप निभाया है तां जाके साहबजादियां दी शहादत होई है। ते अज सारे सुख लैके भी साध संगत आपां गुरु वाले बनने नूं तैयार नहीं आ। उस वक्त इस समय बन गए सारे पासे साध संगत जदों ये चीज़ां खत्म हो गई है ना, कुछ छकण वास्ते ना रहा। कई बारी मैं ये सोचता हुन्ना कि धन गुरु गोबिंद सिंह सच्चे पातशाह बाबा अजीत सिंह का जवान सी, बाबा जोरावर सिंह का तकड़ा सी, बाबा जुझार सिंह का तकड़ा सी, बाबा फतेह सिंह दी तां हजे उम्र ही 5 साल दी है। बाबा फतेह सिंह की उम्र हजे 5 साल की है। सच्चे पातशाह उस वक्त बाबा फतेह सिंह की सोचता होगा, उस वक्त बाबा फतेह सिंह के ऊपर की वापरती होगी जिहड़ा उहदे छकण वास्ते भी कुछ नहीं है। ते बाबा फतेह सिंह साध संगत
ਚਲੋ ਖੈਰ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਨਾ ਹੁਣ ਸਿੱਖਾਂ ਨੇ ਇੱਕ ਫਰਿਆਦ ਕੀਤੀ ਕਿ ਸਤਿਗੁਰੂ ਜੀ, ਸਾਡਾ ਤਾਂ ਹਾਲ ਇਹੋ ਜਿਹਾ ਹੋ ਗਿਆ ਨਾ, ਹਮਰੋ ਹਾਲ ਹਮਾਰਾ ਹਾਲ ਐਸੋ ਭਇਓ, ਹਾੜ ਚਾਮ ਹਮਰੋ ਕਰ ਗਇਓ। ਕਵੀ ਸੈਨਾਪਤ ਲਿਖਦਾ ਹੈ, ਕਹਿੰਦੇ ਸੱਚੇ ਪਾਤਸ਼ਾਹ ਵੀ ਹੁਣ ਤਾਂ ਸਾਡਾ ਹਾਲ ਇਹੋ ਜਿਹਾ ਹੋ ਗਿਆ, ਜਿਹੜਾ ਚੰਮ ਹੈ ਉਹ ਹੱਡਾਂ ਦੇ ਨਾਲੋਂ ਅਲੱਗ ਹੁੰਦਾ ਗਿਆ। ਭੁੱਖ ਦੇ ਨਾਲੋਂ ਮਰਨਾ ਤਾਂ ਚੰਗਾ ਆਪਾਂ ਬਾਹਰ ਜਾ ਕੇ ਸ਼ਹੀਦ ਹੋ ਜਾਈਏ, ਲੜ ਕੇ ਮਰ ਜਾਈਏ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਥੋੜਾ ਜਿਹਾ ਸਬਰ ਕਰੋ। ਤੇ ਫਿਰ ਸਿੱਖਾਂ ਨੇ ਸਬਰ ਕੀਤਾ। ਸਾਧ ਸੰਗਤ, ਹੁਣ ਜਿਹੜੀ ਬਾਹਰ ਫੌਜ ਬੈਠੀ ਸੀ ਨਾ, ਲੰਮੇ ਸਮੇਂ ਤੋਂ ਘੇਰਾ ਘੱਟ ਕੇ, ਉਹਨਾਂ ਦੇ ਵੀ ਸਾਧ ਸੰਗਤ ਜਿਵੇਂ ਪੰਜਾਬੀ ਦੀ ਕਹਾਵਤ ਕਹਿੰਦੇ ਨਾਸੀ ਧੂਆਂ ਆ ਗਿਆ, ਉਹ ਚੀਜ਼ ਹੋ ਗਈ ਸੀ। ਹੁਣ ਉਹਨਾਂ ਦੇ ਕੋਲੋਂ ਵੀ ਸਾਧ ਸੰਗਤ ਉੱਥੇ ਬੈਠਣ ਵਾਸਤੇ ਹੁਣ ਉਹ ਪ੍ਰਬੰਧ ਨਹੀਂ ਸੀ, ਕਿਉਂਕਿ ਪਤਾ ਉੱਪਰੋਂ ਮੌਸਮ ਠੰਡਾ ਹੈ, ਉੱਪਰੋਂ ਬਾਰਿਸ਼ ਦਾ ਮੌਸਮ ਹੈ, ਅੱਗ ਦੀ ਠੰਡ ਹੈ, ਤੇ ਖਾਣ ਪੀਣ ਵਾਸਤੇ ਰਸਤ ਵੀ ਬਹੁਤ ਚਾਹੀਦੀ ਹੈ। ਤੇ ਸਾਧ ਸੰਗਤ ਹੁਣ ਉਹਨਾਂ ਨੇ ਪਹਿਲਾਂ ਤਾਂ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਆਪਣਾ ਇੱਕ ਪੁਰੋਹਿਤ ਬ੍ਰਾਹਮਣ ਭੇਜਿਆ। ਤੇ ਅੱਲਾ ਜਾਰ ਖਾਨ ਜੋਗੀ ਲਿਖਦਾ ਹੈ, ਕਹਿੰਦੇ ਜਦੋਂ ਉਹ ਬ੍ਰਾਹਮਣ ਆਇਆ ਨਾ, ਉਹਨੇ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਖਿਆ ਕਿ ਸੱਚੇ ਪਾਤਸ਼ਾਹ ਜੀ, ਪਹਾੜੀ ਰਾਜਿਆਂ ਵੱਲੋਂ ਮੈਂ ਤੁਹਾਡੇ ਕੋਲ ਆਇਆ ਹਾਂ, ਤੇ ਆ ਮੇਰੇ ਹੱਥ ਦੇ ਵਿੱਚ ਇੱਕ ਆਟੇ ਦੀ ਗਾਂ ਹੈ। ਤੇ ਸਾਧ ਸੰਗਤ, ਕੁਝ ਗੀਤਾ ਦੇ ਸ਼ਬਦ ਲਿਖੇ ਹੋਏ ਸੀ, ਉਹ ਆਖਣ ਲੱਗੇ ਕਿ ਇਹਨਾਂ ਦੀ ਕਸਮ ਖਾਂਦੇ ਹਾਂ ਕਿ ਤੁਸੀਂ ਇੱਕ ਵਾਰੀ ਆਨੰਦਪੁਰ ਸਾਹਿਬ ਨੂੰ ਛੱਡ ਦਿਓ, ਤੁਸੀਂ ਜਿੱਥੇ ਜਾਣਾ ਜਾ ਸਕਦੇ ਹੋ, ਤੇ ਇੱਕ ਵਾਰੀ ਤੁਸੀਂ ਆਨੰਦਪੁਰ ਸਾਹਿਬ ਨੂੰ ਛੱਡ ਕੇ ਜਿਹੜੀ ਸਾਡੀ ਇੱਜ਼ਤ ਵੱਧ ਜਾਵੇ। ਤੇ ਸਾਧ ਸੰਗਤ, ਜਦੋਂ ਇਹ ਇਤਲਾਹ ਹੋਈ ਨਾ ਆਨੰਦਪੁਰ ਸਾਹਿਬ ਦੇ ਵਿੱਚ ਸਿੱਖਾਂ ਦੇ ਕੋਲ ਗੱਲ ਸਾਰੀ ਪਹੁੰਚੀ, ਤੇ ਪਾਤਸ਼ਾਹ ਨੂੰ ਆਖਣ ਲੱਗੇ, ਸਿੱਖ ਕਹਿੰਦੇ ਸਤਿਗੁਰੂ ਜੀ, ਬਈ ਹੁਣ ਤਾਂ ਇਹ ਆਪ ਕਹਿੰਦੀ ਹੈ, ਚਲੋ ਆਨੰਦਪੁਰ ਨੂੰ ਛੱਡ ਦਿੰਦੇ ਆ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ, ਕਹਿੰਦੇ ਤੁਸੀਂ ਇਹਨਾਂ ਦਾ ਵਿਸ਼ਵਾਸ ਕਰ ਸਕਦੇ ਹੋ, ਮੈਂ ਨਹੀਂ ਕਰ ਸਕਦਾ। ਅੱਜ ਵੀ ਬੜੇ ਲੋਕ ਹੈ ਸਾਧ ਸੰਗਤ, ਅੱਜ ਵੀ ਬਹੁਤ ਲੋਕ ਹੈ ਜਿਹੜੇ ਝੂਠੀਆਂ ਕਸਮਾਂ ਖਾ ਜਾਂਦੇ ਆ। ਛੋਟੀ ਜੀ ਗੱਲ ਹੁੰਦੀ ਹੈ, ਝੂਠੀ ਕਸਮ ਖਾਣ ਤੱਕ ਤੁਰ ਜਾਂਦੇ ਆ। ਇਹ ਅੱਜ ਤੋਂ ਨਹੀਂ ਹੈ, ਪਹਿਲੇ ਸਮਿਆਂ ਤੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ, ਜਿਹੜਾ ਬੰਦਾ ਸੱਚਾ ਹੈ ਉਹਨੂੰ ਕਸਮ ਖਾਣ ਦੀ ਲੋੜ ਨਹੀਂ ਹੈ, ਜਿਹੜਾ ਬੰਦਾ ਸਹੀ ਹੈ ਉਹਨੂੰ ਕਸਮ ਖਾਣ ਦੀ ਲੋੜ ਨਹੀਂ ਹੈ। ਤੇ ਸਾਧ ਸੰਗਤ, ਜਦੋਂ ਇਹਨਾਂ ਨੇ ਕਸਮ ਖਾਧੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ, ਕਹਿੰਦੇ ਤੁਸੀਂ ਯਕੀਨ ਕਰਦੇ ਹੋ, ਚਲੋ ਤੁਹਾਨੂੰ ਫਿਰ ਦਿਖਾ ਦਿੰਦੇ ਇਹਨਾਂ ਦੀਆਂ ਕਸਮਾਂ ਦਾ ਰਿਜ਼ਲਟ ਕੀ ਹੈ। ਤੇ ਪਾਤਸ਼ਾਹ ਨੇ ਇਹਨਾਂ ਦੇ ਕੋਲੋਂ ਕੁਝ ਬਲਦ ਮੰਗਾਏ, ਗੱਡੇ ਮੰਗਾ ਕੇ ਨਾ ਸਾਧ ਸੰਗਤ, ਉਹਨਾਂ ਦੇ ਉੱਪਰ ਜਿਹੜਾ ਸਮਾਨ ਸੀ, ਗੁਰੂ ਘਰ ਦੇ ਵਿੱਚ ਟੁੱਟੇ ਹੋਏ ਛਿੱਤਰ, ਫਟੇ ਹੋਏ ਪੁਰਾਣੇ ਕੱਪੜੇ, ਪਸ਼ੂਆਂ ਦੇ ਹੱਡ, ਉਹ ਲੱਦ ਕੇ ਉੱਪਰ ਰੇਸ਼ਮੀ ਕੱਪੜਾ ਪਾ ਕੇ ਉਹ ਆਨੰਦਪੁਰ ਦੇ ਕਿਲੇ ਤੋਂ ਬਾਹਰ ਕੱਢ ਦਿੱਤੇ। ਜਦੋਂ ਇਹ ਆਨੰਦਪੁਰ ਦੇ ਕਿਲੇ ਤੋਂ ਬਾਹਰ ਕੱਢੇ, ਥੋੜੀ ਦੂਰ ਗਏ ਸੀ, ਉਸ ਵਕਤ ਜਿਹੜੇ ਬਾਹਰ ਬੈਠਾ ਮੁਲਖਈਆ ਸੀ ਨਾ, ਇਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣਾ ਕੀਮਤੀ ਖਜ਼ਾਨਾ ਪਹਿਲਾਂ ਭੇਜਿਆ ਹੈ। ਸਾਧ ਸੰਗਤ, ਇਹ ਟੁੱਟ ਕੇ ਉਹਨਾਂ ਗੱਡਿਆਂ ਦੇ ਉੱਪਰ ਪੈ ਗਏ, ਤੇ ਜਦੋਂ ਉੱਪਰ ਕੱਪੜੇ ਲਾਏ, ਇਹਨਾਂ ਦੇ ਪੱਲੇ ਸਾਧ ਸੰਗਤ ਪਸ਼ੂਆਂ ਦੇ ਹੱਡ ਤੇ ਟੁੱਟੇ ਛਿੱਤਰ ਪੱਲੇ ਪਏ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾ ਆਨੰਦਪੁਰ ਕਿਲੇ ਦੇ ਉੱਪਰ ਖੜੇ ਸੀ। ਭਾਈ ਦਾਨ ਸਿੰਘ ਨੂੰ ਆਖਣਾ, ਕਹਿੰਦੇ ਦਾਨ ਸਿੰਘ, ਦੇਖਿਆ ਤੁਸੀਂ ਆਖਦੇ ਸੀ ਕਸਮਾਂ ਖਾਂਦੇ ਆ, ਇਹ ਕਸਮਾਂ ਖਾਣ ਲੱਗੇ ਆ। ਦਾਨ ਸਿੰਘ ਨੂੰ ਆਖਣ ਲੱਗੇ, ਕਹਿੰਦੇ ਦਾਨ ਸਿੰਘ, ਇਹ ਕਸਮ ਤਾਂ ਜ਼ਰੂਰ ਖਾ ਰਹੇ ਆ, ਪਰ ਈਮਾਨ ਦੇ ਪੱਕੇ ਨਹੀਂ ਹੈ। ਫਿਰ ਸਮਾਂ ਸਾਸਨ ਥੋੜਾ ਜਿਹਾ ਬੀਤਿਆ, ਥੋੜੇ ਕੁ ਦਿਨ ਲੰਘੇ, ਤੇ ਅੱਲਾ ਜਾਰ ਖਾਨ ਜੋਗੀ ਲਿਖਦਾ ਹੈ, ਕਹਿੰਦੇ ਇਤਨੇ ਮੇ ਇਤਲਾਹ ਹੋਈ, ਕਾਸਦ ਇੱਕ ਆਇਆ ਹੈ, ਸਰਹੰਦ ਕੇ ਨਵਾਬ ਕਾ ਪੈਗਾਮ ਲਾਇਆ ਹੈ। ਕਹਿੰਦੇ ਜਦੋਂ
ਸਰਹੰਦ ਦੇ ਨਵਾਬ ਤੋਂ ਸਾਧ ਸੰਗਤ ਦਿੱਲੀ ਦਰਬਾਰ ਤੋਂ ਇੱਕ ਕਾਸਦ ਆਇਆ ਤੇ ਉਹਨੇ ਸਾਧ ਸੰਗਤ ਆਪ ਇੱਕ ਕੁਰਾਨ ਦੀ ਆਇਤ ਲੈ ਕੇ ਆਇਆ ਤੇ ਉਹਨੇ ਆ ਕੇ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਖਣਾ ਕੀਤਾ ਕਿ ਸੱਚੇ ਪਾਤਸ਼ਾਹ ਮੈਂ ਦਿੱਲੀ ਦਰਬਾਰ ਤੋਂ ਆਇਆ ਹਾਂ, ਔਰੰਗਜ਼ੇਬ ਨੇ ਭੇਜਿਆ ਹੈ ਤੇ ਔਰੰਗਜ਼ੇਬ ਇਸ ਆਇਤ ਦੇ ਵਿੱਚ ਕੁਰਾਨ ਦੀ ਕਸਮ ਖਾ ਕੇ ਲਿਖਦਾ ਹੈ ਕਿ ਤੁਸੀਂ ਆਨੰਦਪੁਰ ਨੂੰ ਛੱਡ ਕੇ ਦੀਨਾ ਕਾਂਗੜ ਵੱਲ ਆ ਜਿਓ, ਤੁਹਾਨੂੰ ਕੋਈ ਕੁਝ ਨਹੀਂ ਆਖੇਗਾ, ਤੁਸੀਂ ਜਿੱਥੇ ਜਾਣਾ ਜਾ ਸਕਦੇ ਹੋ, ਤੁਸੀਂ ਦੀਨਾ ਕਾਂਗੜ ਆ ਕੇ ਮੈਨੂੰ ਮਿਲਿਓ, ਇੱਕ ਵਾਰੀ ਆਨੰਦਪੁਰ ਸਾਹਿਬ ਨੂੰ ਛੱਡ ਦਿਓ। ਹੁਣ ਸਾਧ ਸੰਗਤ ਜਦੋਂ ਇਹ ਸਾਰੀ ਗੱਲ ਹੋਈ ਨਾ, ਉਸ ਵਕਤ ਸਿੱਖ ਆਖਣ ਲੱਗੇ, ਫਿਰ ਆਖਿਆ ਸੱਚੇ ਪਾਤਸ਼ਾਹ ਆਨੰਦਪੁਰ ਨੂੰ ਛੱਡ ਦਿੰਦੇ ਆ ਤੇ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਸਾਧ ਸੰਗਤ, ਇੱਕ ਤਾਂ ਉਹ ਚੀਜ਼ ਹੈ ਨਾ, ਅੱਜ ਦਾ ਸਮਾਂ ਦੇਖੋ ਤੁਸੀਂ, ਅੱਜ ਹੀ ਕੋਈ ਬੰਦਾ ਕਿਰਾਏ ਤੇ ਬਿਠਾ ਲਈਏ ਨਾ, ਘਰ ਦੇ ਵਿੱਚ ਕਿਰਾਏ ਤੇ ਬਿਠਾ ਲਈਏ ਤੇ ਸਾਧ ਸੰਗਤ 10 ਸਾਲ ਉਹ ਬੈਠ ਜਾਵੇ, 5 ਸਾਲ ਬੈਠ ਜਾਵੇ, ਉਹ ਵੀ ਕਿਰਾਏ ਦਾ ਮਕਾਨ ਖਾਲੀ ਕਰਨ ਨੂੰ ਤਿਆਰ ਨਹੀਂ। ਉਹ ਵੀ ਆਖਦਾ ਕਿ ਨਹੀਂ, ਮੈਨੂੰ ਸਮਾਂ ਚਾਹੀਦਾ, ਮੈਨੂੰ ਟਾਈਮ ਚਾਹੀਦਾ ਹੈ। ਪਹਿਲੀ ਗੱਲ ਤਾਂ ਖਾਲੀ ਕਰਨ ਨੂੰ ਤਿਆਰ ਨਹੀਂ ਹੈ, ਤੇ ਜੇ ਕਰਨਾ ਹੋਇਆ ਤਾਂ ਕਹਿੰਦਾ ਟਾਈਮ ਚਾਹੀਦਾ ਹੈ। ਇਹ ਤਾਂ ਘਰ ਉਹ ਹੈ ਜਿਹੜਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਪ ਮੁੱਲ ਖਰੀਦਿਆ ਸੀ। ਇਹ ਧਰਤੀ ਉਹ ਹੈ ਜਿਹੜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਮੁੱਲ ਖਰੀਦੀ ਸੀ। ਉਹ ਘਰ ਛੱਡਣ ਨੂੰ ਸਾਧ ਸੰਗਤ ਕਿਵੇਂ ਕੋਈ ਆਖ ਸਕਦਾ? ਉਹ ਘਰ ਕਿਵੇਂ ਛੱਡਿਆ ਜਾਵੇ? ਤੇ ਇਹ ਘਰ ਉਹ ਹੈ ਜਿਸ ਘਰ ਦੇ ਵਿੱਚ ਸਾਧ ਸੰਗਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਸਿੱਖ ਦਾ ਸੰਸਕਾਰ ਕੀਤਾ ਗਿਆ। ਇਹ ਘਰ ਉਹ ਹੈ ਜਿਸ ਘਰ ਦੇ ਵਿੱਚ ਮਾਤਾ ਸੁੰਦਰ ਕੌਰ ਸਾਧ ਸੰਗਤ ਮਾਤਾ ਜੀਤਾ ਜੀ ਉਹਨਾਂ ਦਾ ਜਿਹੜਾ ਚਲਾਣਾ ਹੋਇਆ ਹੈ। ਇਹ ਘਰ ਉਹ ਹੈ ਜਿਸ ਘਰ ਦੇ ਵਿੱਚ ਸਾਹਿਬਜ਼ਾਦਿਆਂ ਦਾ ਜਨਮ ਹੋਇਆ। ਇਹ ਘਰ ਉਹ ਹੈ ਜਿਸ ਘਰ ਦੇ ਵਿੱਚ ਖਾਲਸੇ ਦਾ ਜਨਮ ਹੋਇਆ ਹੈ। ਇਹ ਘਰ ਉਹ ਹੈ ਜਿਸ ਘਰ ਦੇ ਵਿੱਚ ਸਾਧ ਸੰਗਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਬਿਪਰਾਂ ਦੀ ਬਾਹ ਫੜੀ ਸੀ। ਉਹ ਘਰ ਛੱਡਣਾ ਕਿਤੇ ਸੌਖਾ ਹੈ? ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਨਾ ਅਖੀਰਕਾਰ ਸਾਧ ਸੰਗਤ ਸਿੱਖਾਂ ਦੇ ਨਾਲ ਸਲਾਹ ਕੀਤੀ ਤੇ ਸਲਾਹ ਕਰਕੇ ਆਖਣ ਲੱਗੇ, ਜੇ ਤੁਸੀਂ ਆਖਦੇ ਹੋ ਤਾਂ ਘਰ ਛੱਡ ਦਿੰਦੇ ਹੋ। ਸਾਧ ਸੰਗਤ ਇੱਕ ਕਿਤਾਬ ਹੈ ਸੁਰਿੰਦਰ ਸਿੰਘ ਖਾਲਸਾ, ਉਹਨਾਂ ਨੇ ਲਿਖੀ ਹੈ, ਸਮਾਂ ਮਿਲਿਆ ਸਾਧ ਸੰਗਤ ਤੁਸੀਂ ਖਰੀਦ ਕੇ ਪੜ੍ਹ ਸਕਦੇ ਹੋ। ਕਿਤਾਬ ਦਾ ਨਾਮ ਹੈ ਪੋਹ ਦੀਆਂ ਰਾਤਾਂ। ਉਸ ਕਿਤਾਬ ਦੇ ਵਿੱਚ ਭਾਈ ਸਾਹਿਬ ਜੀ ਹੋਣੀ ਉਹਨਾਂ ਨੇ ਸਾਧ ਸੰਗਤ ਚਲੋ ਬੜਾ ਡਿਟੇਲ ਦੇ ਨਾਲ ਲਿਖਿਆ ਕਿ ਉੱਥੇ ਕੀ ਕੀ ਵਾਪਰਿਆ, ਕਿਵੇਂ ਕਿਵੇਂ ਸਾਧ ਸੰਗਤ ਆਨੰਦਪੁਰ ਸਾਹਿਬ ਨੂੰ ਛੱਡਣ ਦੀ ਤਿਆਰੀ ਹੋਈ ਹੈ। ਤੇ ਜਦੋਂ ਇੱਕ ਪਾਸੇ ਅੱਤ ਦੀ ਠੰਡ ਹੈ, ਸਰਦੀ ਪੈ ਰਹੀ ਹੈ, ਤੇ ਦੂਸਰੇ ਪਾਸੇ ਛਕਣ ਵਾਸਤੇ ਕੁਝ ਨਹੀਂ ਹੈ, ਤੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਜਿੱਥੇ ਆਪਣੇ ਸਾਹਿਬਜ਼ਾਦੇ ਸਿੱਖਾਂ ਦੇ ਬੱਚੇ ਵੀ ਨਾਲ ਹੈ, ਇੱਕ ਪਾਸੇ ਸਾਹਿਬਜ਼ਾਦੇ, ਇੱਕ ਪਾਸੇ ਮਾਤਾ ਗੁਜਰ ਕੌਰ ਹੈ, ਇੱਕ ਪਾਸੇ ਸਾਧ ਸੰਗਤ ਬਚਪਨ ਹੈ ਤੇ ਇੱਕ ਪਾਸੇ ਬੁਢੇਪਾ ਹੈ। ਜਦੋਂ ਇਹ ਤਿਆਰੀ ਹੋਈ ਨਾ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਆਖਿਆ ਸਾਰਾ ਜਿਹੜਾ ਹਿਸਾਬ ਕਿਤਾਬ ਕੀਤਾ ਜਾਵੇ। ਤੇ ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਉਸ ਵਕਤ ਜਿਹੜੀ ਨਗਦ ਜਿਹੜੀ ਰਕਮ ਸੀ ਨਾ, ਉਹ 2.5 ਲੱਖ ਤੋਂ ਉੱਪਰ 2.5 ਲੱਖ ਤੋਂ ਉੱਪਰ ਜਿਹੜੀ ਨਗਦ ਰਾਸ਼ੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਤਲੁਜ ਦਰਿਆ ਦੇ ਵਿੱਚ ਸੁੱਟਾ ਦਿੱਤੀ ਸੀ। ਤੇ ਸਾਧ ਸੰਗਤ ਕੀਮਤੀ ਕਪੜਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਹ ਸਾਰਾ ਉੱਥੇ ਜਾਲ ਦਿੱਤਾ ਸੀ। ਇੱਥੇ ਤੱਕ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੀ ਹੱਥੀ ਤਿਆਰ ਕਰਾਈਆਂ ਹੋਈਆਂ ਤੋਪਾਂ, ਉਹ ਵੀ ਸਾਧ ਸੰਗਤ ਜਿੱਥੇ ਅੱਜ ਜਿਹੜਾ ਕੇਸਗੜ੍ਹ ਸਾਹਿਬ ਦਾ ਸਥਾਨ ਹੈ ਉਸ ਜਗ੍ਹਾ ਦੇ ਉੱਪਰ ਦੱਬ ਦਿੱਤੀਆਂ ਸੀ। ਜਦੋਂ ਕੇਸਗੜ੍ਹ ਸਾਹਿਬ ਦਾ ਸਥਾਨ ਬਣਿਆ ਤੇ ਉਹ ਤੋਪਾਂ ਉੱਥੋਂ ਕੱਢੀਆਂ ਗਈਆਂ, ਕੱਢ ਕੇ ਲਾਹੌਰ ਅਜਾਇਬ ਘਰ ਦੇ ਵਿੱਚ ਅੱਜ ਵੀ ਮੌਜੂਦ ਹੈ। ਤੇ ਉਹ ਜਿਹੜੀਆਂ ਤੋਪਾਂ ਉੱਥੇ ਸਾਧ ਸੰਗਤ ਦੱਬ ਦਿੱਤੀਆਂ ਗਈਆਂ, ਸਾਰਾ ਸਮਾਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਉੱਥੇ ਜਿਹੜਾ ਉਹ ਸਾਰਾ ਖਤਮ ਕਰਕੇ ਕਿ ਇਹਨਾਂ ਦੇ ਹੱਥ ਕੁਝ ਨਾ ਪਵੇ ਤੇ ਲੋੜੀਂਦਾ ਸਮਾਨ ਸਾਧ ਸੰਗਤ ਆਪਣੇ ਕੋਲ ਲਿਆ। ਆਪਣੇ ਕੋਲ ਲੈ ਕੇ ਨਾ ਤੇ ਸਤਿਗੁਰੂ ਗੁਰੂ ਪਾਤਸ਼ਾਹ ਨੇ ਨੰਗੇ ਪੈਰੀ
ਆਪਣੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ, ਮਾਤਾ ਗੁਜਰ ਕੌਰ ਨੂੰ ਨਾਲ ਲੈ ਕੇ ਤੇ ਸਿੱਖਾਂ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਦਾ ਜਿਹੜਾ ਸਾਧ ਸੰਗਤ ਆਖਰੀ ਸਾਧ ਸੰਗਤ ਜਿਹੜਾ ਉਹ ਚੱਕਰ ਕੱਢਿਆ, ਆਖਰੀ ਵਾਰੀ ਗਲੀਆਂ ਦੇ ਵਿੱਚ ਘੁੰਮੇ ਤੇ ਜਿੱਥੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਸੀਸ ਦਾ ਸੰਸਕਾਰ ਕੀਤਾ ਸੀ ਨਾ, ਉੱਥੇ ਜਾ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅਰਦਾਸ ਕੀਤੀ, ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਸਾਧ ਸੰਗਤ ਉਹਦੀ ਸੇਵਾ ਵਾਸਤੇ ਪਾਤਸ਼ਾਹ ਨੇ ਆਵਾਜ਼ ਮਾਰੀ ਕਿ ਕੋਈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਜਿੱਥੇ ਸੀਸ ਦਾ ਸੰਸਕਾਰ ਹੈ, ਇਸ ਥੜੇ ਦੀ ਸੇਵਾ ਕਰਨ ਵਾਸਤੇ ਕੋਈ ਹਾਜ਼ਰ ਹੈ, ਕੋਈ ਸੇਵਾ ਕਰੇਗਾ। ਤੇ ਉਸ ਵਕਤ ਸਾਧ ਸੰਗਤ ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਗੁਰਬਖਸ਼ ਸਿੰਘ ਉਦਾਸੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਹਾਜ਼ਰ ਹੋ ਕੇ ਆਖਣ ਲੱਗੇ, ਸੱਚੇ ਪਾਤਸ਼ਾਹ ਇਸ ਥੜੇ ਦੀ ਸੇਵਾ ਤੁਸੀਂ ਮੈਨੂੰ ਬਖਸ਼ ਦਿਓ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ, ਕਹਿੰਦੇ ਗੁਰਬਖਸ਼ ਸਿੰਘ ਜੀ, ਇਹ ਜਿਹੜੇ ਥੜੇ ਦੀ ਸੇਵਾ ਇਮਾਨਦਾਰੀ ਦੇ ਨਾਲ ਕਰਿਓ, ਤੁਹਾਨੂੰ ਕਦੇ ਵੀ ਤੋਟਾ ਨਹੀਂ ਆਵੇਗਾ, ਕਦੇ ਜ਼ਿੰਦਗੀ ਵਿੱਚ ਘਾਟਾ ਨਹੀਂ ਪਾਵੇਗਾ, ਤੁਹਾਡਾ ਕੋਈ ਵਾਰ ਨਹੀਂ ਵਿੰਗਾ ਕਰ ਸਕਦਾ। ਪਰ ਯਾਦ ਰੱਖਿਓ, ਇੱਥੇ ਦੀਵਾ ਜਗਦਾ ਰਹਿਣਾ ਚਾਹੀਦਾ ਹੈ। ਹੁਣ ਸਾਧ ਸੰਗਤ ਮੈਂ ਜਿਹੜੀ ਬੇਨਤੀ ਕਰਨ ਲੱਗਿਆ, ਹੁਣ ਧਿਆਨ ਨਾਲ ਸੁਣਿਓ। ਐਕਚੁਅਲ ਦੇ ਵਿੱਚ ਕਈ ਸਾਡੇ ਅਸਥਾਨ ਇਹੋ ਜਿਹੇ ਹੈ ਜਿਹੜੇ ਅੱਜ ਸਾਧ ਸੰਗਤ ਭੁੱਲੜ ਪੁਣੇ ਦੇ ਵਿੱਚ ਨਾ ਆਪਾਂ ਜੋਤਾਂ ਦੇ ਨਾਲ ਜੋੜੇ ਹੋਏ ਨੇ। ਦੀਵਾ ਜਗਣ ਦਾ ਮਤਲਬ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ, ਗੁਰਬਖਸ਼ ਸਿੰਘ ਉਦਾਸੀ ਯਾਦ ਰੱਖੀ, ਇਸ ਘਰ ਦਾ ਦੀਵਾ ਜਗਦਾ ਰਹਿਣਾ ਚਾਹੀਦਾ ਹੈ। ਤੇ ਜੇ ਦੀਵਾ ਬੁਝ ਗਿਆ, ਕੱਲ ਨੂੰ ਇਹ ਨਾ ਆਖਣ ਲੋਕ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਘਰ ਦਾ ਦੀਵਾ ਹੀ ਬੁਝਾ ਦਿੱਤਾ ਹੈ, ਆਪਾਂ ਸਭ ਕੁਝ ਖਤਮ ਕਰ ਦਿੱਤਾ। ਯਾਦ ਰੱਖੀ, ਇੱਥੇ ਦੀਵਾ ਬਲਦਾ ਚਾਹੀਦਾ ਹੈ। ਇਸ ਕਰਕੇ ਕੁਝ ਸਾਧ ਸੰਗਤ ਦੀਵੇ ਇਹੋ ਜਿਹੇ ਹੈ ਜਿਹੜੇ ਉਹਨਾਂ ਹੀ ਪਰੰਪਰਾਵਾਂ ਦੇ ਅਧੀਨ ਬਲਦੇ ਨੇ। ਉਹਨਾਂ ਦਾ ਅਖੰਡ ਪਾਠਾਂ ਦੇ ਨਾਲ ਕੋਈ ਮਤਲਬ ਨਹੀਂ ਹੈ, ਉਹਨਾਂ ਦਾ ਸਹਿਜ ਪਾਠਾਂ ਦੇ ਨਾਲ ਕੋਈ ਮਤਲਬ ਨਹੀਂ ਹੈ। ਅੱਜ ਬਸ ਆਪਾਂ ਦੇਖ ਕੇ ਭੁਲੇਖੇ ਦੇ ਵਿੱਚ ਫਸ ਜਾਂਦੇ ਆ ਕਿ ਨਹੀਂ ਜੀ ਫਲਾਣੀ ਜਗ੍ਹਾ ਤਾਂ ਚੀਜ਼ ਬਣਦੀ ਹੈ। ਉਹ ਸਿਰਫ ਇਸ ਕਰਕੇ ਸੀ ਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਜਿਹੜਾ ਘਰ ਦਾ ਦੀਵਾ ਹੈ ਨਾ, ਉਹ ਘਰ ਹਨੇਰੇ ਵਿੱਚ ਨਾ ਚਲ ਜਾਵੇ, ਇੱਥੇ ਦੀਵਾ ਜਗਦਾ ਰਹਿਣਾ ਚਾਹੀਦਾ ਹੈ। ਤੇ ਸਾਧ ਸੰਗਤ ਗੁਰਬਖਸ਼ ਸਿੰਘ ਉਦਾਸੀ ਨੇ ਸੇਵਾ ਲਈ ਤੇ ਸਤਿਗੁਰੂ ਗੁਰੂ ਪਾਤਸ਼ਾਹ ਦੀ ਸਾਧ ਸੰਗਤ ਜਦੋਂ ਨਾ ਆਨੰਦਪੁਰ ਸਾਹਿਬ ਤੋਂ ਤੁਰਨ ਲੱਗੇ, ਅੱਲਾ ਜਾਰ ਖਾਨ ਜੋਗੀ ਲਿਖਦਾ ਹੈ ਕਿ ਜਿਹੜਾ ਨਾ ਉਹਨਾਂ ਨੇ ਇੱਕ ਦ੍ਰਿਸ਼ ਸਾਧ ਸੰਗਤ ਬਹੁਤ ਸੋਹਣਾ ਲਿਖਿਆ ਕਿ ਆਨੰਦਪੁਰ ਸਾਹਿਬ ਜਦੋਂ ਪਾਤਸ਼ਾਹ ਤੁਰਨ ਲੱਗੇ ਨਾ, ਕਿ ਜਿਹੜਾ ਆਸਮਾਨ ਦੇ ਵਿੱਚ ਤਾਰੇ ਟਿਮਟਮਾਉਂਦੇ ਆ ਤੇ ਉਹਨਾਂ ਤਾਰਿਆਂ ਨੂੰ ਦੇਖ ਕੇ ਚਾਰੋਂ ਤਰਫ ਅੱਗ ਵਰਸੇ। ਸਤਿਗੁਰੂ ਗੁਰੂ ਪਾਤਸ਼ਾਹ ਜੀ ਸ਼ਾਸਕ ਅੱਲਾ ਜਾਰ ਖਾਨ ਜੋਗੀ ਲਿਖਦਾ ਹੈ, ਕਹਿੰਦੇ ਜਿਹੜਾ ਚਾਰੇ ਪਾਸੇ ਨਾ ਤਾਰਿਆਂ ਦੀ ਰੋਸ਼ਨੀ ਦੇ ਵਿੱਚ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਰੀ ਜਿਹੜੀ ਫਤਿਹ ਹੈ ਉਹ ਅਨੰਦਪੁਰ ਸਾਹਿਬ ਧਰਤੀ ਨੂੰ ਬੁਲਾ ਕੇ ਸਾਧ ਸੰਗਤ ਜਿਹੜਾ ਚਾਲਾ ਪਾ ਦਿੱਤਾ ਹੈ। ਜਿਹੜੀ ਮੈਂ ਇਤਿਹਾਸ ਦੀ ਲੜੀ ਸਾਧ ਸੰਗਤ ਆਪਾਂ ਸਰਸਾ ਨਦੀ ਤੱਕ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਹੁਣ ਜਦੋਂ ਇਹ ਅਨੰਦਪੁਰ ਸਾਹਿਬ ਨੂੰ ਛੱਡਿਆ ਗਿਆ ਨਾ, ਇਹ ਤਿੰਨ ਵਹੀਰ ਸਾਧ ਸੰਗਤ ਤਿੰਨ ਵਹੀਰਾਂ ਦੇ ਵਿੱਚ ਸਤਿਗੁਰੂ ਗੁਰੂ ਪਾਤਸ਼ਾਹ ਨੇ ਛੱਡਿਆ। ਸਭ ਤੋਂ ਅੱਗੇ ਹੈ ਸਾਧ ਸੰਗਤ ਭਾਈ ਉਦੈ ਸਿੰਘ, ਭਾਈ ਮਨੀ ਸਿੰਘ ਸਾਧ ਸੰਗਤ। ਉਹਨਾਂ ਦੇ ਖਾਨਦਾਨ ਦੇ ਵਿੱਚੋਂ ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਦਾ ਪੁੱਤਰ ਹੋਇਆ ਹੈ। ਭਾਈ ਉਦੈ ਸਿੰਘ, ਭਾਈ ਮਨੀ ਸਿੰਘ ਤੇ ਸਾਧ ਸੰਗਤ ਇਹਨਾਂ ਨੂੰ ਜਿਹੜੀ ਅੱਗੇ ਸੇਵਾ ਦਿੱਤੀ ਕਿ ਤੁਸੀਂ ਅੱਗੇ ਜਾ ਕੇ ਜਿਹੜਾ ਰਸਤਾ ਹੈ, ਜਿਹੜਾ ਮਾਰਗ ਹੈ, ਉਹਨੂੰ ਤੁਸੀਂ ਦੇਖਣਾ ਹੈ। ਇੱਕ ਬਿਉਂਤਬੰਦੀ ਦੇ ਨਾਲ ਸਾਧ ਸੰਗਤ ਆਨੰਦਪੁਰ ਸਾਹਿਬ ਨੂੰ ਛੱਡਿਆ ਗਿਆ ਤੇ ਜਦੋਂ ਛੱਡਿਆ ਨਾ, ਉਸ ਵਕਤ ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਪਾਤਸ਼ਾਹ ਦੇ ਨਾਲ ਕੁੱਲ ਕੋਈ 1200-1300 ਦੇ ਸਿੱਖ ਕਰੀਬ ਸੀ, ਇਹ ਤੋਂ ਉੱਪਰ ਨਹੀਂ ਸੀ। ਗਿਣਤੀ ਸਾਧ ਸੰਗਤ ਅਲੱਗ-ਅਲੱਗ ਹੋ ਸਕਦੀ ਹੈ, ਪਰ ਜਿੰਨਾ ਕੁਦਾਸ਼ ਮੈਂ ਪੜ੍ਹਿਆ ਸਾਧ ਸੰਗਤ 1200-1300 ਦੇ ਕਰੀਬ ਮਿਲਦੀ ਹੈ। ਤੇ ਜਦੋਂ ਇਹ ਪਾਤਸ਼ਾਹ ਨੇ ਵਹੀਰ ਨੂੰ ਛੱਡਿਆ
ਤੇ ਉਸ ਵਕਤ ਸਾਧ ਸੰਗਤ ਜਿਹੜੀਆਂ ਮਾਤਾਵਾਂ ਹੈ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਇਹਨਾਂ ਦੇ ਨਾਲ ਭਾਈ ਮਨੀ ਸਿੰਘ, ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ ਤੇ ਸਾਧ ਸੰਗਤ ਬੀਬੀ ਬੀਬੋ ਜੀ। ਤੇ ਇਹ ਜਿਹੜੇ ਗੁਰੂ ਕੇ ਸਿੱਖ ਹੈ, ਇਹਨਾਂ ਨੇ ਸਾਧ ਸੰਗਤ ਮਾਤਾ ਜਿਹੜਾ ਸਾਹਿਬ, ਮਾਤਾ ਸਾਹਿਬ ਦੇਵਾ ਹੈ ਜੀ, ਉਹਦਾ ਜਿਹੜਾ ਡੋਲਾ ਸਾਧ ਸੰਗਤ ਉਹਦੀ ਇਹ ਸੇਵਾ ਲਈ ਉਸ ਬਿਗਰ ਦੇ ਨਾਲ ਹੈ। ਤੇ ਇੱਕ ਪਾਸੇ ਮਾਤਾ ਗੁਜਰ ਕੌਰ, ਉਹਨਾਂ ਦੇ ਨਾਲ ਦੋ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਤੇ ਜਦੋਂ ਇਹ ਤੁਰਨ ਲੱਗੇ ਨਾ ਜੀ, ਉਸ ਵਕਤ ਨਾ ਮਾਤਾ ਗੁਜਰ ਕੌਰ ਆਖਦੀ ਹੈ, ਜੋਰਾਵਰ ਸਿੰਘ ਨੂੰ ਆਵਾਜ਼ ਮਾਰਦੀ, ਫਤਿਹ ਸਿੰਘ ਨੂੰ ਆਵਾਜ਼ ਮਾਰਦੀ ਕਿ ਪੁੱਤ ਛੇਤੀ ਕਰੋ, ਦੇਖੋ ਤੁਹਾਡੀਆਂ ਜਿਹੜੀਆਂ ਮਾਤਾਵਾਂ ਹੈ ਉਹ ਅੱਗੇ ਚਲ ਗਈਆਂ, ਸਿੱਖ ਅੱਗੇ ਨਿਕਲ ਗਏ ਆ, ਤੁਸੀਂ ਤੁਰਦੇ ਕਿਉਂ ਨਹੀਂ ਆ? ਤੁਸੀਂ ਛੇਤੀ ਕਰੋ, ਮੇਰੇ ਨਾਲ ਤੁਰੋ, ਆਪਾਂ ਵੀ ਆਪਣੇ ਸੰਗ ਦੇ ਨਾਲ, ਆਪਣੇ ਵਹੀਰ ਦੇ ਨਾਲ ਚੱਲੀਏ। ਤੇ ਦੋਨੇ ਜਾਣੇ ਸਾਧ ਸੰਗਤ ਉੱਥੇ ਬੈਠੇ ਆ, ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦੀ ਤੇ ਬਾਬਾ ਜੁਝਾਰ ਸਿੰਘ ਦੀ ਡਿਊਟੀ ਉਹ ਪਿੱਛੇ ਲਾਈ ਸੀ ਕਿ ਤੁਸੀਂ ਸਭ ਤੋਂ ਪਿੱਛੇ ਆਣਾ ਹੈ ਕਿ ਦੁਸ਼ਮਣ ਕਿਤੇ ਹਮਲਾ ਨਾ ਕਰ ਦੇਵੇ। ਹੁਣ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਸਾਧ ਸੰਗਤ ਇਹ ਸਾਰਿਆਂ ਨੂੰ ਦੇਖ ਕੇ ਅੱਗੇ ਤੋੜ ਕੇ ਬਾਅਦ ਵਿੱਚ ਤੁਰਨਾ ਚਾਹੁੰਦੇ ਆ, ਪਰ ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ ਉਹ ਤਾਂ ਅੜੀ ਕਰਕੇ ਬੈਠਿਆ ਕਿ ਆਪਾਂ ਜਾਣਾ ਕੋਈ ਨਹੀਂ। ਤੇ ਜਦੋਂ ਮਾਂ ਨੇ ਪੁੱਛਿਆ ਨਾ, ਉਸ ਵਕਤ ਮਾਤਾ ਗੁਜਰ ਕੌਰ ਆਖਣ ਲੱਗ ਕਹਿੰਦੇ, ਪੁੱਤੋ ਤੁਰਦੇ ਕਿਉਂ ਨਹੀਂ ਹੈ, ਤੁਸੀਂ ਨਾਲ ਕਿਉਂ ਨਹੀਂ ਤੁਰਦੇ ਆ? ਤੇ ਉਸ ਵਕਤ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਆਖਣ ਲੱਗੇ, ਮਾਂ ਆਪਾਂ ਉਦੋਂ ਤੁਰਾਂਗੇ ਜਦੋਂ ਸਾਡਾ ਵੀਰਾ, ਸਾਡਾ ਭਰਾ, ਸਾਡਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜਦੋਂ ਸਾਨੂੰ ਆ ਕੇ ਮਿਲਣਗੇ, ਉਹਨਾਂ ਨੂੰ ਆਪਾਂ ਜੱਫੀ ਪਾ ਕੇ, ਗਲ ਬੱਕੜੀ ਪਾ ਕੇ ਫਿਰ ਆਪਾਂ ਇੱਥੋਂ ਤੁਰਨਾ ਹੈ। ਤੇ ਸਾਧ ਸੰਗਤ ਜਿੰਨਾ ਟਾਈਮ ਬਾਬਾ ਅਜੀਤ ਸਿੰਘ ਉਹਨਾਂ ਨੂੰ ਨਹੀਂ ਮਿਲੇ, ਬਾਬਾ ਜੁਝਾਰ ਸਿੰਘ ਨਹੀਂ ਮਿਲੇ, ਉਹਨਾਂ ਟਾਈਮ ਦੋਨੇ ਛੋਟੇ ਸਾਹਿਬਜ਼ਾਦੇ ਮਾਤਾ ਦੇ ਨਾਲ ਨਹੀਂ ਤੁਰੇ। ਤੇ ਇੰਜ ਆਖਦੀ ਹੈ ਕਿ ਸਾਧ ਸੰਗਤ ਇਹ ਆਨੰਦਪੁਰ ਸਾਹਿਬ ਦੀ ਉਹ ਧਰਤੀ ਹੈ, ਉਹ ਸਥਾਨ ਹੈ ਜਿੱਥੇ ਚੌਹਾਂ ਸਾਹਿਬਜ਼ਾਦਿਆਂ ਨੇ ਆਖਰੀ ਵਾਰੀ ਜੱਫੀ ਪਾਈ ਸੀ। ਇਹ ਉਹ ਜਗ੍ਹਾ ਹੈ ਜਦੋਂ ਬਾਦਸ਼ਾਹ ਤੁਰਨ ਲੱਗੇ ਆਨੰਦਪੁਰ ਸਾਹਿਬ ਨੂੰ, ਆਖਰੀ ਵਾਰੀ ਚਾਰੇ ਭਰਾ ਇੱਕ ਵਾਰੀ ਗਲ ਲੱਗ ਕੇ ਸਾਧ ਸੰਗਤ ਇਕੱਠੇ ਹੋਏ ਸੀ। ਮੁੜ ਕੇ ਸਾਧ ਸੰਗਤ ਸ਼ਹੀਦੀਆਂ ਤੱਕ ਇਹ ਇਕੱਠੇ ਨਹੀਂ ਹੋਏ ਆ, ਦੋ ਇੱਕ ਪਾਸੇ ਹੋ ਗਏ ਆ, ਦੋ ਇੱਕ ਪਾਸੇ ਹੋ ਗਏ ਆ। ਤੇ ਸਤਿਗੁਰੂ ਗੁਰੂ ਪਾਤਸ਼ਾਹ ਨੇ ਸਾਧ ਸੰਗਤ ਬਿਹਵੀਰ ਨੂੰ ਚਾਲੇ ਪਾਣ ਦੀ ਆਗਿਆ ਦਿੱਤੀ ਤੇ ਮਾਤਾ ਗੁਜਰ ਕੌਰ ਦੇ ਨਾਲ ਦੋਨੇ ਸਾਹਿਬਜ਼ਾਦੇ ਇਹ ਨਾਲ ਸਾਧ ਸੰਗਤ ਮਾਤਾ ਦੇ ਸਵਾਰ ਹੋ ਕੇ ਇਹ ਵੀ ਤੁਰੇ ਆ। ਤੇ ਕੀਰਤਪੁਰ ਸਾਹਿਬ ਵਿਖੇ ਆ ਕੇ ਇਹਨਾਂ ਨੇ ਨਮਸਕਾਰ ਕੀਤੀ। ਤੁਹਾਨੂੰ ਪਤਾ ਹੈ ਕਿ ਕੀਰਤਪੁਰ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਸਥਾਨ ਹੈ, ਉੱਥੇ ਆ ਕੇ ਨਮਸਕਾਰ ਕੀਤੀ। ਤੇ ਜਦੋਂ ਇਹ ਸ਼ਾਹੀ ਟਿੱਬੀ ਦੇ ਅੱਗੇ ਆਏ ਨਾ, ਉੱਥੇ ਸਾਧ ਸੰਗਤ ਭਾਈ ਉਦੈ ਸਿੰਘ ਹੈ ਮੋਰੇ। ਤੇ ਜਦੋਂ ਪਾਤਸ਼ਾਹ ਜੀ ਉੱਥੇ ਪਹੁੰਚੇ, ਇੱਕ ਪਾਸੇ ਅੱਗ ਦੀ ਠੰਡ ਪੈ ਰਹੀ ਹੈ ਤੇ ਦੂਸਰੇ ਪਾਸੇ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ ਤੇ ਸਾਧ ਸੰਗਤ ਛਕਣ ਵਾਸਤੇ ਵੀ ਕੁਝ ਨਹੀਂ ਹੈ, ਸਾਰੇ ਭੁੱਖੇ ਤੁਰੇ ਹੋਏ ਨੇ। ਬਸ ਇੱਕੋ ਹੀ ਸਵਾਲ ਹੈ ਕਿ ਆਪਾਂ ਜਾਣਾ ਕਿੱਥੇ ਹੈ। ਹੁਣ ਆਪਾਂ ਘਰ ਤੋਂ ਨਿਕਲਾਂਗੇ, ਸਾਧ ਸੰਗਤ ਸਾਡੀ ਕੋਈ ਨਾ ਕੋਈ ਮੰਜ਼ਿਲ ਤਾਂ ਹੋਵੇਗੀ, ਕੋਈ ਨਾ ਕੋਈ ਟਿਕਾਣਾ ਤਾਂ ਹੋਵੇਗਾ, ਆਪਾਂ ਜਾਣਾ ਕਿੱਥੇ ਹੈ। ਹਰ ਇੱਕ ਪੁੱਛਦਾ ਕਿ ਆਪਾਂ ਰਾਤ ਨੂੰ ਜਾਣਾ ਕਿੱਥੇ ਹੈ, ਕਿੱਥੇ ਜਾ ਕੇ ਅਟਕਾਂਗੇ। ਇਹਦਾ ਜਵਾਬ ਕਿਸੇ ਦੇ ਕੋਲ ਨਹੀਂ ਹੈ ਬਈ ਆਪਾਂ ਕਿੱਥੇ ਜਾਣਾ ਹੈ। ਬਸ ਇੱਕੋ ਚੀਜ਼ ਹੈ ਵੀ ਆਪਾਂ ਤੁਰਦੇ ਰਹਿਣਾ ਹੈ, ਚੱਲਦੇ ਰਹਿਣਾ ਹੈ, ਜਾਣਾ ਕਿੱਥੇ ਹੈ ਇਹਦਾ ਕਿਸੇ ਨੂੰ ਕੋਈ ਨਹੀਂ ਪਤਾ। ਤੇ ਜਦੋਂ ਇਹ ਸਾਧ ਸੰਗਤ ਵੀਰ ਅੱਗੇ ਗਿਆ ਤੇ ਪਿੱਛੋਂ ਜਿਹੜੇ ਮੁਲਖਈਆ ਸੀ ਨਾ, ਜਿਹੜੇ ਕਸਮਾਂ ਖਾਂਦੇ ਸੀ ਕਿ ਇੱਕ ਵਾਰੀ ਤੁਸੀਂ ਆਨੰਦਪੁਰ ਸਾਹਿਬ ਨੂੰ ਛੱਡ ਦਿਓ, ਸਾਧ ਸੰਗਤ ਉਹਨਾਂ ਨੇ ਮੁੜ ਕੇ ਫਿਰ ਅਲੀ ਅਲੀ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਰਿਵਾਰ ਦੇ ਉੱਪਰ ਫਿਰ ਹਮਲਾ ਕਰ ਦਿੱਤਾ। ਫਿਰ ਉਹਨਾਂ ਨੇ ਸਾਧ ਸੰਗਤ ਸਤਿਗੁਰੂ ਗੁਰੂ ਪਾਤਸ਼ਾਹ ਦੇ ਉੱਪਰ ਫਿਰ ਉਹਨਾਂ ਨੇ ਆ ਕੇ ਉਹ ਆਪਣਾ ਜਿਹੜਾ ਉਹਨਾਂ ਦਾ ਨਾ ਸੁਭਾਅ ਸੀ ਸਾਧ ਸੰਗਤ ਤੋਂ, ਕਿਉਂਕਿ ਇੱਕ ਅਖਾਣ ਬਣਿਆ ਹੋਇਆ ਬਾਰਿਸ਼ਾਂ ਆਦਤਾਂ ਜਾਂਦੀਆਂ
ਚੁਗਲੀ ਕਰਦਿਆਂ ਜਿਹੜੀਆਂ ਕੁਝ ਮਾੜੀਆਂ ਆਦਤਾਂ ਹੁੰਦੀਆਂ ਸਾਧ ਸੰਗਤ ਨੂੰ ਕਦੇ ਬੰਦੇ ਵਿੱਚੋਂ ਨਿਕਲਦੀਆਂ ਨਹੀਂ ਆ। ਇਹਨਾਂ ਦਾ ਸੁਭਾਅ ਸੀ ਸਾਧ ਸੰਗਤ, ਇਹ ਆਪਣੀਆਂ ਆਦਤਾਂ ਤੋਂ ਮਜਬੂਰ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਖਤਮ ਕਰਨ ਵਾਸਤੇ ਨਾ, ਮਜਬੂਰੀ ਪਤਾ ਕੀ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸੀਸ ਆਪਾਂ ਦਿੱਲੀ ਦਰਬਾਰ ਵਿੱਚ ਪੇਸ਼ ਕਰਾਂਗੇ ਤੇ ਆਪਾਂ ਨੂੰ ਚੰਗੇ ਇਨਾਮ ਮਿਲਣਗੇ। ਤੇ ਇਸ ਕਰਕੇ ਇਹਨਾਂ ਨੇ ਫਿਰ ਸਤਿਗੁਰੂ ਗੁਰੂ ਪਾਤਸ਼ਾਹ ਦੇ ਪਰਿਵਾਰ ਦੇ ਉੱਪਰ ਹਮਲਾ ਕੀਤਾ। ਸਾਧ ਸੰਗਤ ਉਸ ਵਕਤ ਸ਼ਾਹੀ ਟਿੱਪੀ ਦੇ ਉੱਪਰ ਭਾਈ ਉਦੈ ਸਿੰਘ ਉਹਨੇ ਸਾਧ ਸੰਗਤ ਇਸ ਦੁਸ਼ਮਣ ਦੀ ਕਹਿੰਦੇ ਇੰਨੀ ਕੁ ਸਾਧ ਸੰਗਤ ਤਸੱਲੀ ਕਰਾਈ ਨਾ, ਜਿਹੜਾ ਵੀ ਸਾਹਮਣੇ ਆਇਆ, ਕਿਉਂਕਿ ਸਾਧ ਸੰਗਤ ਅੰਦਰ ਇੱਕ ਰੋਹ ਹੁੰਦਾ ਹੈ, ਅੰਦਰ ਇੱਕ ਜਜ਼ਬਾ ਹੁੰਦਾ। ਮੈਂ ਪਹਿਲਾਂ ਬੇਨਤੀ ਕੀਤੀ ਸੀ ਬਲੀਦਾਨ ਵਾਸਤੇ ਸਾਧ ਸੰਗਤ ਜ਼ੋਰ ਦਾ ਹੋਣਾ, ਬੋਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਸਾਡੇ ਕੋਲ ਚੰਗੇ ਬੋਲ ਹੋਣਗੇ, ਚੰਗੀ ਖੁਰਾਕ ਹੋਵੇਗੀ ਤੇ ਆਪਾਂ ਬਲੀਦਾਨ ਵਾਸਤੇ ਤੁਰ ਸਕਦੇ ਹਾਂ। ਜੇ ਸਾਡੇ ਕੋਲ ਚੰਗੀ ਖੁਰਾਕ, ਚੰਗੀ ਬੋਲ ਨਹੀਂ, ਬਲੀਦਾਨ ਦੇਣਾ ਬਹੁਤ ਔਖਾ ਹੈ। ਤੇ ਭਾਈ ਉਦੈ ਸਿੰਘ ਉਹਨੇ ਸਾਧ ਸੰਗਤ ਜਦੋਂ ਪਤਾ ਲੱਗਿਆ ਇਹ ਦੁਸ਼ਮਣ ਆਪਣੀ ਸੋਹਾਂ ਤੋਂ, ਆਪਣੀਆਂ ਕਸਮਾਂ ਤੋਂ ਮੁਕਰ ਗਏ ਹੈ, ਤੇ ਸਾਧ ਸੰਗਤ 100 ਸਿੰਘਾਂ ਦਾ ਜਥਾ ਸੀ। ਸਾਰੇ ਜਥੇ ਨੇ ਸਾਧ ਸੰਗਤ ਇਹਨਾਂ ਦੇ ਆਹੂ ਲਾ ਕੇ ਰੱਖ ਦਿੱਤੇ। ਐਨੇ ਨੂੰ ਬਾਬਾ ਅਜੀਤ ਸਿੰਘ ਵੀ ਨਾਲ ਰਲਿਆ। ਬਾਬਾ ਅਜੀਤ ਸਿੰਘ ਨੇ ਵੀ ਸਾਧ ਸੰਗਤ ਦੁਸ਼ਮਣ ਦੇ ਨਾਲ ਚੰਗਾ ਟੱਕਰਾ ਕੀਤਾ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਰਿਵਾਰ ਨਾ ਸਤਸੰਗ ਨਦੀ ਦੇ ਕਿਨਾਰੇ ਤੇ ਪਹੁੰਚਿਆ ਹੈ। ਹੁਣ ਅੱਗੇ ਪਾਣੀ ਦਾ ਜਿਹੜਾ ਵੇਗ ਹੈ ਉਹ ਵਗਦਾ ਪਿਆ ਹੈ, ਕਿਉਂਕਿ ਪਹਾੜਾਂ ਵਿੱਚ ਬਾਰਿਸ਼ ਹੋ ਰਹੀ ਹੈ। ਬਾਰਿਸ਼ ਦੇ ਕਾਰਨ ਜਿਹੜਾ ਪਾਣੀ ਸੀ ਨਾ ਉਹ ਬਹੁਤ ਜ਼ਿਆਦਾ ਸਤਸੰਗ ਦੇ ਵਿੱਚ ਆ ਸੀ। ਅੱਜ ਤਾਂ ਸਤਸੰਗ ਨਦੀ ਬੜੀ ਛੋਟੀ ਜਿਹੀ ਹੋ ਗਈ ਦੇਖਣ ਨੂੰ। ਪੁਰਾਣੇ ਸਮੇਂ ਦੇ ਵਿੱਚ ਸਾਧ ਸੰਗਤ ਇਹ ਨਦੀ ਬਹੁਤ, ਇਹਦਾ ਜਿਹੜਾ ਚੜਾਈ ਬਹੁਤ ਸੀ, ਇਹ ਬੜੀ ਇਹਦੇ ਵਿੱਚ ਕੋਈ ਵੀ ਸਾਧ ਸੰਗਤ ਕੋਈ ਪੁਲ ਨਹੀਂ ਸੀ, ਕਿਉਂਕਿ ਜਦੋਂ ਇਹਦੇ ਵਿੱਚ ਪਾਣੀ ਆਂਦਾ ਸੀ, ਪਹਾੜਾਂ ਦਾ ਪਾਣੀ ਆਂਦਾ ਸੀ, ਵੈਸੇ ਇਹਦੇ ਵਿੱਚ ਪਾਣੀ ਥੋੜਾ ਥੋੜਾ ਚੱਲਦਾ ਸੀ, ਇਹਦੇ ਵਿੱਚੋਂ ਪੈਦਲ ਹੀ ਲੰਘਿਆ ਜਾਂਦਾ ਸੀ। ਤੇ ਜਦੋਂ ਇਹ ਪਹਾੜਾਂ ਦਾ ਪਾਣੀ ਆਇਆ ਤੇ ਯਾਦ ਰੱਖਿਓ, ਮੈਂ ਸਵੇਰੇ ਬੇਨਤੀ ਕੀਤੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਾਧ ਸੰਗਤ ਸਿੱਖਾ ਤੇਰੇ ਵਾਸਤੇ ਕਿੱਡਾ ਵੱਡਾ ਮਾਲਕ ਨੇ ਸੁਨੇਹਾ ਦਿੱਤਾ ਹੈ। ਉਹ ਸੁਨੇਹਾ ਕਿਹੜਾ ਸੀ? ਪਰਿਵਾਰ ਮੁਸੀਬਤ ਵਿੱਚ ਹੈ, ਪਰਿਵਾਰ ਭੁੱਖਾ ਹੈ, ਬੁੱਢੜੀ ਮਾਈ ਕੋਲ ਹੈ, ਛੋਟੇ ਸਾਹਿਬਜ਼ਾਦੇ ਕੋਲ ਹੈ, ਇੱਕ ਪਾਸੇ ਦੁਸ਼ਮਣ ਚੜਿਆ ਹੋਇਆ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਣ ਕਹਿੰਦੇ ਇੱਥੇ ਨਿਤਨੇਮ ਕੀਤਾ ਜਾਵੇ, ਆਸ਼ਾ ਕੀ ਵਾਰ ਦਾ ਪਾਠ ਕੀਤਾ ਜਾਵੇ। ਅੱਜ ਝਾਤ ਮਾਰ ਕੇ ਦੇਖੀਏ, ਅੱਜ ਸਾਡੀ ਜ਼ਿੰਦਗੀ ਵਿੱਚ ਨਿਤ ਦਾ ਨੇਮ ਹੈ, ਸਾਡੀ ਜ਼ਿੰਦਗੀ ਵਿੱਚ ਗੁਰੂ ਲਈ ਪਿਆਰ ਹੈ, ਸਾਡੀ ਜ਼ਿੰਦਗੀ ਵੀ ਕਦੇ ਆਪਾਂ ਵੀ ਕਦੇ ਆਖਾਂਗੇ ਕਿ ਸੱਚੇ ਪਾਤਸ਼ਾਹ ਆਪਾਂ ਵੀ ਰੋਜ਼ ਆ ਕੇ ਤੇਰੇ ਦਰ ਦੇ, ਸਾਡੇ ਕੋਲ ਤਾਂ ਮੁਸੀਬਤ ਹੀ ਕੋਈ ਨਹੀਂ ਹੈ। ਆਪਾਂ ਤਾਂ ਰਾਤ ਨੂੰ ਆਰਾਮ ਨਾਲ ਸੋ ਕੇ ਸਾਧ ਸੰਗਤ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨੂੰ ਯਾਦ ਕਰਨਾ। ਇਹ ਤਾਂ ਉਹ ਗੁਰੂ ਕੇ ਸਿੱਖ ਹੈ ਜਿਨ੍ਹਾਂ ਨੇ ਸਾਰੀ ਰਾਤ ਜੰਗ ਵੀ ਕੀਤੀ ਹੈ, ਸਾਰੀ ਰਾਤ ਪੈਦਲ ਤੁਰ ਕੇ ਵੀ ਆਏ ਹੈ, ਫਿਰ ਵੀ ਸਾਧ ਸੰਗਤ ਪਰਮਾਤਮਾ ਦੀ ਇਬਾਦਤ ਨਹੀਂ ਛੱਡੀ, ਪਰਮਾਤਮਾ ਦਾ ਦਰ ਨਹੀਂ ਛੱਡਿਆ, ਪਰਮਾਤਮਾ ਦਾ ਨਾਮ ਨਹੀਂ ਛੱਡਿਆ। ਇਸੇ ਕਰਕੇ ਰੋਜ਼ ਸਿੱਖ ਅਰਦਾਸ ਕਰੇ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਲਿਓ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਸਿੱਖ ਦੀ ਅਰਦਾਸ ਹੀ ਇਹੀ। ਅਸਲ ਵਿੱਚ ਜਿਹਦੇ ਕੋਲ ਨਾਮ ਦਾ ਖਜ਼ਾਨਾ ਹੈ ਨਾ ਸਾਧ ਸੰਗਤ, ਉਹ ਦੁਨੀਆ ਦਾ ਸਭ ਤੋਂ ਵੱਡਾ ਮਾਲਕ ਹੈ, ਦੁਨੀਆ ਦਾ ਸਭ ਤੋਂ ਵੱਡਾ ਰਾਜਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ ਪਰਮਾਤਮਾ ਦੇ ਨਾਮ ਨੂੰ ਨਹੀਂ ਛੱਡਣਾ। ਇੱਥੇ ਸਾਧ ਸੰਗਤ ਆਸ਼ਾ ਕੀ ਵਾਰ ਦਾ ਪਾਠ ਕੀਤਾ ਗਿਆ, ਤੇ ਇਹ ਪਾਠ ਪਤਾ ਕਿਹਨੇ ਕੀਤਾ ਸੀ? ਤੁਸੀਂ ਇਤਿਹਾਸ ਦੇ ਪੰਨੇ ਪੜ੍ਹ ਕੇ ਦੇਖਿਓ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪ ਆਸ਼ਾ ਦੀ ਵਾਰ ਦਾ ਪਾਠ ਕੀਤਾ। ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੰਗ ਦੇ ਵਿੱਚ ਸਾਧ ਸੰਗਤ ਡਟੇ ਹੋਏ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਪੁੱਤਾਂ ਨੂੰ ਖੁਰਾਕ ਦੇਣ ਵਾਸਤੇ ਆਸ਼ਾ ਕੀ ਵਾਰ ਦਾ ਪਾਠ ਕਰਦੇ ਪਏ। ਤੇ ਅੱਜ ਝਾਤੀ ਮਾਰ ਕੇ ਦੇਖੀਏ, ਕਦੇ ਆਪਾਂ ਘਰਾਂ ਦੇ ਵਿੱਚ ਯਤਨ ਕੀਤਾ ਹੈ, ਕਦੇ ਆਪਾਂ ਵੀ ਆਪਣੇ ਬੱਚਿਆਂ ਨੂੰ ਬਾਣੀ ਦੀ ਖੁਰਾਕ ਦਿੱਤੀ ਹੈ। ਤੇ ਇੱਕ ਬੇਨਤੀ ਕਰਦੇ ਹਾਂ, ਅੱਜ ਮਨ ਨੂੰ ਬੜੀ ਖੁਸ਼ੀ ਦੀ ਹੈ ਇਸ ਗੱਲ ਦੀ ਹੈ
क्योंकि जदों माइयां प्रशादे तैयार करदियां सी ना, सतनाम वाहिगुरू दा सिमरन हो रहा सी। ये खुराक है साडी। जदों बंदा प्रशादे तैयार कर लग्या, क्योंकि जिहड़ा ये प्रशादा साडे बच्चियां ने छकना है, जदों साडे प्रशादे दे विच परमात्मा दा नाम आ गया ना, याद रखियो ये प्रशादे साडी बिरती नूं भी ठीक करनगे ते सानूं चंगी खुराक भी मिलेगी। इसे करके बहुत गुरुद्वारे इहो जिहे साध संगत जिथे प्रशादे तैयार करते हैं, कोई आपस में दुनियावी गल नहीं कर सकते, उत्थे सिर्फ सिमरन किया जाता है। उन्होंने पता है कि यह सिमरन ही है जिहड़ा साडे बच्चियां नूं साध संगत बलिदान तक, चंगी ताकत तक लैके जाना पड़ रहा है। सतगुरु गुरु पातशाह ने एक खुराक दी ते साध संगत जी उस तो अगे सतगुरु गुरु पातशाह ने समा विचारदे देखिया कि थोड़ा जिहा दिन का लवाड़ा हो गया, तो पातशाह जी ने ना ये हुक्म कर दिता कि सरसा नूं पार किया जाए। जदों सरसा नूं पार करन लगे, ये जिहड़ा परिवार सी 3 हिस्सिਆਂ ਦੇ ਵਿੱਚ वंडिया गया। धन गुरु गोबिंद सिंह सच्चे पातशाह सरसा नूं पार करके अपने 2 पुत बाबा अजीत सिंह ते बाबा जुझार सिंह ते कुछ सिखां दे नाल सतगुरु गुरु पातशाह जी अलग निकले ते माता सुंदर कौर जी, माता साहिब कौर जी, भाई मनी सिंह जी, भाई जवाहर सिंह जी, भाई धन्ना सिंह जी, इन्हां दा जथा सरसा तो ये अलग निकले पार हो के। ते याद रखियो ये 2 जथे पार हो गए हैं ते माता गुजर कौर ते साहबजादा बाबा जोरावर सिंह ते बाबा फतेह सिंह इन्हां ने कोशिश की है सरसा नूं पार करन दी, पर पार ना हो सके क्योंकि सरसा दे विच पानी का बहाव बहुत तेज चलदा सी। ते जदों पार ना हो सके, ये सरसा दे उसे ही किनारे साध संगत इस सरसा के नाल तुरदे तुरदे जिथे अज उमा माशकी का जिहड़ा शन है उत्थे साध संगत पहुंचे। आपां जिहड़ी ये लड़ी है वो आपां कल विचारांगे ते अज दी साध संगत इन्नी क बेनती प्रवान करियो, क्योंकि आपां पड़ा दर पड़ा सारा इतिहास नूं विचारना है। किवें किवें साध संगत शहादतां होईयां, रस्ते विच किवें किवें घटनावां घटियां, अगर इहदी विचार आपां कल करांगे। अज की भुलचुक जी क्षमा करनी, आप संगतां दा बहुत बहुत धन्यवाद है जी, जो कि आप जी गुरु चरणों में जुड़ करके बैठे हो। तो मैं एक बेनती आखिर में कर रहा, क्योंकि जिहड़ी कथा की आरंभता है वो वैसे तो 6 बजे है जी, पर अज आप 10 मिनट पहला तां कीती है क्योंकि संगत लेट होती है। पता है कि आप जो शुरू करांगे संगत ने फिर ही आना है, पर कितनी चंगी गल है साध संगत जी आप 6 बजे सारे इत्थे हाजिर होइए ते 1 घंटे का जिहड़ा समा है वो सारे आप मिल के बैठ के गुरु के साथ संगत अदालतां नूं विचार के आप अपने जीवन को सफल कर सकीए, आप भी उन्होंने जिंदगी विचों कुछ सकीए। यही साडे साथ संगत विचारा करना जो मकसद है, फायदा है। सतगुरु गुरु पातशाह रहमत कर आप जी चढ़दी कला जी। तो हुण इत्थे समाप्ति नासों का पाठ करके अरदास बेनती करांगे। कड़ा प्रशाद वाला उपरंत गुरु के लंगर तैयार है। आप जी का बहुत बहुत धन्यवाद। वाहिगुरू जी का खालसा, वाहिगुरू जी की फतेह। सतनाम श्री वाहिगुरू साहिब जी। राम कली महला तीजा। आनंद एक ओंकार सतगुर प्रसाद। आनंद भया मेरी माए सतगुरु मैं पाया, सतगुरता पाया सहज सिद्धि। मन वजियां वाधाइयां राग रतन परवार परियां। शब्द गावण आईयां शब्द तो गावो हरि केरा। मन जिनि वसाया कह नानक आनंद हुआ सतगुरु मैं पाया। ए मन मेरेया तुसदा रहो हर नाले, हर नाम रहो तू मन मेरे। दुख सब विसारना अंगीकार हो करे तेरा, कारज सब सवारना। सबना गल्लां सबदा स्वामी, सो क्यों मन हो विसारे। कह नानक मन मेरे सदा रहो हर नाले। साचे साहिबा क्या नाही करते रह, करता तेरे सब किश है। जिस देह सो पावे, जिस देह सो पावे। साचा नाम मेरा आधारो, सात नाम आधार मेरा। भुखा सब गवाइया कर शाम सुख न्याय बसया। निशा सब पुजाइया सा कुर्बान कीता गुरु बिटहो। जिस दियां एह वडियाइयां
ਕਹਿ ਨਾਨਕ ਸੁਨੋ ਸੰਤੋ ਸ਼ਬਦ ਕਰੋ ਪਿਆਰੋ, ਸਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਚਿਤ ਕਰਸ ਭਾਗੈ, ਕਰਸ ਭਾਗੈ ਸ਼ਬਦ ਵਾਜੇ ਕਲਾ, ਜਿਤ ਕਰ ਧਾਰੀਆ ਪੰਜ ਦੂਤ, ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ, ਤੁਧ ਕਰਮ ਪਾਇਆ ਤੁਧ ਜਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਕਰ ਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪਿ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ, ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਕੇ ਪੁਨੀਤ ਕਹਤੇ ਪਵਿੱਤ, ਸਭ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ। ਸੁਣ ਕੇ ਪੁਨੀਤ ਕਹਤੇ ਪਵਿੱਤ, ਸਭ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਦੂਰੇ। ਵਾਹਿਗੁਰੂ ਜੀ ਕਾ ਖਾਲਸਾ,